नवे मैडम कह रहे हैं जो कह रहे मैंने टैक्ट मिलनी हैगी आ वो कहते मैं 1 मिनट पहला भी टैक्ट की नौ सुनी आ तो 2 बारी कांग्रेस इतों हार चुकी है जगराओं हल्के तो मैं जित के दिखा दूँगी उन्होंने मैं शुभकामनावां भेजिया कभी क्योंकि बीबा जी जिन्होंने फोटो बनाई सी उन्होंने स्वाद लैन लिए तुहानू भी फोन करता ये तो उन्होंने मुंह ते करारी चपेड़ है ठीक है कह रहे हैं भी होर भी इतने विधायक है होर भी काम राजनीतिक आगू भी उन्होंने नहीं होंदा है मैडम ना ही क्यों हो रहे मैडम ना ता हो रही है मैडम लोगों की आवाज है मैडम किसी दिन डंप हैगा वा मेरे झांसी गंज चौक के नाल कूड़े का डंप लग्या हैगा ते पूरा मतलब गंदगी का ढेर जगराउं के विचाले आ वो कदे आवाज नहीं दसिया नहीं कितने उन्होंने कहा नहीं भी चक्को इतों अलग जगह बनाओ मेरी गल सुनो भद्रकाली मंदिर कूड़े का डंप जी ਜਿਹੜਾ ਆਸ-ਪਾਸ ਦੇ ਲੋਕਾਂ ਦੇ ਵਿੱਚ ਬੜੀ ਵੱਡੀ ਬਿਮਾਰੀ ਦਾ ਕਾਰਨ ਬਣਦਾ ਸੀ ਜਿਸ ਤਰ੍ਹਾਂ ਇੱਥੇ ਜਗਰਾਉਂ ਦੇ ਵਿੱਚ ਮੈਂ ਨਗਰ ਕੌਂਸਲ ਨੂੰ 23 ਕਰੋੜ ਰੁਪਏ ਪਾਸ ਕਰਾਤਾ ਸੀਵਰੇਜ ਠੀਕ ਜਦੋਂ ਤਾਂ ਪੈਸਾ ਆਉਣਾ ਸੀ ਉਦੋਂ ਤਾਂ ਮੈਡਮ ਚੰਗੀ ਸੀ ਜਿੱਦੇ ਪੈਸਾ ਆ ਗਿਆ ਪਾਸ ਤਾਂ ਨਹੀਂ ਕਰਵਾਤਾ ਹੀ ਪਰ ਪਾਣੀ ਤਾਂ ਖੜਾ ਰਹਿੰਦਾ ਨਾ ਛੱਪੜ ਬਣ ਜਾਂਦੇ ਫਿਰ ਮੈਂ ਉਹੀ ਕਹਿੰਦੀ ਜਿੱਦੇ ਪੈਸਾ ਕਰੋੜ ਰੁਪਇਆ ਗ੍ਰਾਂਟ ਆਈ ਸੀ ਮੈਡਮ ਜੀ ਇਹ ਗਵਾਰ ਲੋਕ ਨੂੰ ਪਹਿਲਾਂ ਜਿਹੜਾ ਗੁਰਦੁਆਰਾ ਬੋਰਡ ਸਾਹਿਬ ਹੈਗਾ ਉਹਦੇ ਜਿਹੜੇ ਪ੍ਰਧਾਨ ਹੈਗੇ ਆ ਉਹ ਕਹਿ ਰਿਹਾ ਵੀ 1 ਰੁਪਿਆ ਗੁਰਦੁਆਰਾ ਸਾਹਿਬ ਤੇ ਲੱਗਿਆ ਤੁਹਾਨੂੰ ਪਤਾ ਹੀ ਦੇਖੋ ਜੀ ਮੇਰੀ ਗੱਲ ਸੁਣੋ ਫਿਰ ਮੈਂ ਤੁਹਾਨੂੰ ਕਿਹਾ ਜੀ ਮੇਰਾ ਕੰਮ ਸੀ ਆਵਾਜ਼ ਚੱਕਣੀ ਜੀ ਆਵਾਜ਼ ਚੱਕ ਕੇ ਪੈਸਾ ਜੇ ਉਹ ਪੈਸਾ ਸਿੱਧਾ 25000 ਵੋਟ ਤੇ ਤੁਸੀਂ ਜੀ ਕਾਂਗਰਸ ਜੋ ਕੈਂਡੀਡੇਟ ਸੀਗਾ ਉਹ ਹਰਾਇਆ ਸੀਗਾ 60000 ਦੀ ਵੋਟ ਤੁਹਾਡੀ ਵੋਟ ਨੇ ਤੁਹਾਡੀ 2017 ਦੇ ਵਿੱਚ ਇਸ ਵਾਰ ਤੁਹਾਡੀ ਵੋਟਿੰਗ ਵਧੂਗੀ ਆਪ ਦਾ ਰਿਕਾਰਡ ਤੋੜੂ ਕਿਉਂਕਿ ਮੇਰੀ ਦੋਨੋਂ ਪਾਰਟੀਆਂ ਨਾਲ ਲੜਾਈ ਹੋਈ ਜੀ ਸਰਬਜੀਤ ਕੌਰ ਮਾਣੂਕੇ ਦੀ ਆਪਣੇ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਪੂਰੀ ਹਵਾ ਮਤਲਬ ਕਹਿੰਦੇ ਸੀਗੇ ਇਹ ਇਸ ਵਾਰ ਕਿਵੇਂ ਲੱਗਦਾ ਤੁਹਾਨੂੰ ਇਸ ਵਾਰ ਉਸ ਤੋਂ ਜ਼ਿਆਦਾ ਤੂਫਾਨ ਉੱਠੇਗਾ ਕਿਸ ਤਰ੍ਹਾਂ ਉੱਠੇਗਾ ਇਹ ਵੀ ਦੱਸ ਦਿਓ 2017 ਦੇ ਵਿੱਚ ਸਾਡੇ ਕੋਲ ਯੂਥ ਸੀ ਤੇ ਜਿਹੜੇ ਯੂਥ ਤੋਂ ਉੱਪਰ ਵਾਲੇ ਵਰਗ ਹੈ ਉਹਨਾਂ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਬਈ ਇਹ ਨਵੇਂ ਆ ਇਹਨਾਂ ਨੂੰ ਪਤਾ ਨਹੀਂ ਲੱਗਣਾ ਇਹਨਾਂ ਨੂੰ ਸਮਝ ਨਹੀਂ ਆਉਣੀ ਪਰ ਸਰਕਾਰ ਚਲਾਉਣੀ ਇਸ ਕਰਕੇ ਉਹਨਾਂ ਨੇ ਕੈਪਟਨ ਸਾਹਿਬ ਤੇ 2002 ਵਾਲੇ ਕੈਪਟਨ ਤੇ ਵਿਸ਼ਵਾਸ ਕਰਦੇ ਤੇ ਗੁਟਕਾ ਸਾਹਿਬ ਦੀ ਸੌਂ ਖਾਣ ਵਾਲੇ ਤੁਹਾਡਾ ਸਵਾਗਤ ਹੈ ਜੀ ਆਪ ਜੀ 24 ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਬ ਅੱਜ ਅਸੀਂ ਗੱਲਬਾਤ ਕਰਾਂਗੇ ਜਗਰਾਉਂ ਹਲਕੇ ਦੇ ਵਿਧਾਇਕਾ ਸਰਬਜੀਤ ਕੌਰ ਮਾਣਕੇ ਨਾਲ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਅੱਜ ਤੁਹਾਨੂੰ ਦੇਖ ਰਹੇ ਦਰਸ਼ਕਾਂ ਦਾ ਤੇ ਸੁਣ ਰਹੇ ਸਰੋਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ मैडम जी मेरा पहला सवाल है नॉर्मली जो है किमें अपनी इलेक्शन देखो जी अजे तो चोन जाबता लगन से टाइम अजे मैं पंजाब की एमएलए की विरोधी करनी मैं 5 साल जो चोन जाबता लगेगा उदों मैं लोगों के आपका गारंटी कार्ड जोड़ा मैं काम किया वो लैके जावांगी तो लोगों को दसांगी बई तरह तरह के ਜਿਹੜੇ ਲੋਕਾਂ ਦੇ ਮਨਾਂ 'ਚ ਕੁਐਸਚਨ ਉੱਠਦੇ ਆ ਉਹਨਾਂ ਦਾ ਜਵਾਬ ਦੇਵਾਂਗੇ ਪਰ ਜਿਹੜੀ ਦੂਸਰੀ ਗੱਲ ਤਿਆਰੀ ਦੀ ਹੈ ਜਿੱਥੇ ਪਾਰਟੀ ਮੌਕਾ ਦੇਗੀ ਜਦੋਂ ਮੌਕਾ ਦੇਗੀ ਉੱਥੇ ਪੂਰੇ ਦਿੱਤਾਂਗੇ ਇੱਕ ਮੈਡਮ ਹੈਗਾ ਵੀ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਪੂਰੀ ਹਵਾ ਮਤਲਬ ਕਹਿੰਦੇ ਸੀਗੇ ਇਹ ਇਸ ਵਾਰ ਕਿਵੇਂ ਲੱਗਦਾ ਤੁਹਾਨੂੰ ਇਸ ਵਾਰ ਉਸ ਤੋਂ ਜ਼ਿਆਦਾ ਤੂਫਾਨ ਉੱਠੇਗਾ ਕਿਸ ਤਰ੍ਹਾਂ ਉੱਠੇਗਾ ਇਹ ਵੀ ਦੱਸ ਦਿਓ 2017 ਦੇ ਵਿੱਚ ਸਾਡੇ ਕੋਲ ਯੂਥ ਸੀ ਤੇ ਜਿਹੜੇ ਯੂਥ ਤੋਂ ਉੱਪਰ ਵਾਲੇ ਵਰਗ ਹੈ ਉਹਨਾਂ ਨੂੰ ਲੱਗਦਾ ਸੀ ਕਿਤੇ ਨਾ ਕਿਤੇ ਬਈ ਇਹ ਨਵੇਂ ਆ ਇਹਨਾਂ ਨੂੰ ਪਤਾ ਨਹੀਂ ਲੱਗਣਾ ਇਹਨਾਂ ਨੂੰ ਸਮਝ ਨਹੀਂ ਆਉਣੀ ਪਰ ਸਰਕਾਰ ਚਲਾਉਣੀ ਇਸ ਕਰਕੇ ਉਹਨਾਂ ਨੇ ਕੈਪਟਨ ਸਾਹਿਬ ਤੇ 2002 ਵਾਲੇ ਕੈਪਟਨ ਤੇ ਵਿਸ਼ਵਾਸ ਕਰਦੇ ਤੇ ਗੁਟਕਾ ਸਾਹਿਬ ਦੀ ਸੌਂ ਖਾਣ ਵਾਲੇ ਬੰਦੇ ਤੇ ਵਿਸ਼ਵਾਸ ਕਰਦੇ ਨਹੀਂ 2017 ਵਿੱਚ ਮੈਡਮ ਜੀ ਤੁਸੀਂ ਪਹਿਲੀ ਵਾਰ ਇਲੈਕਸ਼ਨ ਵਿੱਚ ਲੜੇ ਹੈਗੇ ਮੈਂ ਉਹੀ ਗੱਲ ਕਰ ਰਹੀ ਹਾਂ ਉਹੀ ਗੱਲ ਕਰ ਜੀ ਉਹੀ ਗੱਲ ਕਰ ਤੇ ਉਹਨਾਂ ਨੂੰ ਲੱਗਿਆ ਵੀ ਇਹ ਨਵੇਂ ਆ ਇਹਨਾਂ ਅਸੀਂ ਉਹਨੂੰ ਕਹਿੰਦੇ ਸੀ ਦਿੱਲੀ 'ਚ ਅਸੀਂ ਇਹ ਕਰਾਂਗੇ ਹੁਣ ਸਾਡੇ ਕੋਲ ਇਹ ਕਹਿਤਾ ਵੀ ਅਸੀਂ ਜੋ ਲੋਕਾਂ ਨੂੰ ਵਿਸ਼ਵਾਸ ਹੈ ਆਮ ਆਦਮੀ ਪਾਰਟੀ ਚੋਣ ਮੈਨੀਫੈਸਟੋ ਉਹਨਾਂ ਕੀ ਬਣਾਉਂਦੀ ਹੈ ਜਿੰਨਾ ਕਿ ਚੋਣ ਮੈਨੀਫੈਸਟੋ ਉਹਨਾਂ ਨੇ ਪੂਰਾ ਕਰਨਾ ਹੁੰਦਾ ਕੋਈ ਅਸੀਂ ਇਹ ਨਹੀਂ ਕਹਿ ਰਹੇ ਵੀ ਵੱਡੇ ਵੱਡੇ ਟਰੱਕ ਭਰ ਕੇ ਨੋਟਾਂ ਦੇ ਲਿਆਵਾਂਗੇ ਕੋਈ ਅਸੀਂ ਇਹ ਨਹੀਂ ਕਹਿ ਰਹੇ ਆਪਣੇ ਚੋਣ ਦੇ ਵਿੱਚ ਵੀ ਇੱਕ ਵਾਰਡ ਨੂੰ ਇੱਕ ਪਿੰਡ ਨੂੰ 1 ਕਰੋੜ ਰੁਪਈਆ ਮਿਲੇਗਾ ਇਸ ਕਰਕੇ ਲੋਕਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਵੀ ਇੱਕੋ ਇੱਕ ਪਾਰਟੀ ਹੈ ਜਿਹੜੀ ਮੈਨੀਫੈਸਟੋ ਕੰਮ ਕਰਨੇ ਨੂੰ ਜੀ 25000 ਵੋਟ ਤੇ ਤੁਸੀਂ ਜੀ ਕਾਂਗਰਸ ਜੋ ਕੈਂਡੀਡੇਟ ਸੀਗਾ ਉਹ ਹਰਾਇਆ ਸੀਗਾ 60000 ਦੀ ਵੋਟ ਤੁਹਾਡੀ ਵੋਟ ਨੇ ਤੁਹਾਡੀ 2017 ਦੇ ਵਿੱਚ ਇਸ ਵਾਰ ਤੁਹਾਡੀ ਵੋਟਿੰਗ ਵਧੂਗੀ ਆਪ ਦਾ ਰਿਕਾਰਡ ਤੋੜੂ
ਕਿਉਂਕਿ ਮੇਰੀ ਦੋਨਾਂ ਪਾਰਟੀਆਂ ਨਾਲ ਲੜਾਈ ਹੋਈ ਜੀ ਸਰਬਜੀਤ ਕੌਰ ਮਾਣੂਕੇ ਦੀ ਆਪਣੇ ਨਾਲ ਲੜਾਈ ਹੁੰਦੀ ਹੈ ਜੀ ਜਿਹੜਾ ਕੰਮ ਅੱਜ ਕੀਤਾ ਉਸ ਤੋਂ ਵਧੀਆ ਕੰਮ ਕੱਲ ਨੂੰ ਕਰਨਾ ਜੀ ਮੈਂ ਕਿਸੇ ਪਾਰਟੀ ਨਾਲ ਦੀ ਗੱਲ ਕਰਦੀ ਮੈਂ ਆਪਣਾ ਰਿਕਾਰਡ ਇੱਥੇ ਬੈਠ ਕੇ ਤੁਹਾਡੇ ਚੈਨਲ ਤੋਂ ਕਹਿ ਰਹੀ ਹਾਂ ਮੈਂ ਆਪਣਾ ਰਿਕਾਰਡ ਤੋਂ ਠੀਕ ਹੈ ਨਹੀਂ ਮੈਡਮ ਜੀ ਹੈ ਨਾ 2017 ਦੇ ਵਿੱਚ ਕੀ ਮਤਲਬ ਤੁਹਾਡੇ ਜਿਹੜੇ ਜਗਰਾਉਂ ਦੇ ਕੀ ਕੰਮ ਤੁਸੀਂ ਕਰਵਾਏ ਹੈਗੇ ਆ 2017 ਤੋਂ ਬਾਅਦ ਦੇਖੋ ਮੇਰੀ ਗੱਲ ਸੁਣੋ ਲੋਕਾਂ ਦੀ ਨੇਤਾ ਲੋਕਾਂ ਦੇ ਵਿੱਚ ਜੀ ਉਹ ਤੁਹਾਨੂੰ ਪਤਾ ਜੀ ਜੇ ਤੁਹਾਡੀਆਂ ਜਿੱਥੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸਾਥ ਅੱਜ ਦੇ 2017 ਦੇ ਵਿੱਚ ਸਭ ਤੋਂ ਪਹਿਲਾਂ ਮੈਨੂੰ ਜਿਹੜਾ ਲੱਗਿਆ ਸੀ ਵੀ ਆਪਣੇ ਬਲੱਡ ਬੈਂਕ ਹੈ ਨਹੀਂ ਬਲੱਡ ਬੈਂਕ ਦੇ ਲਈ ਸਾਨੂੰ ਜਾਂ ਤਾਂ ਮੁੱਕੇ ਜਾਣਾ ਪੈਂਦਾ ਸੀ ਜਾਂ ਲੁਧਿਆਣੇ ਜਾਣਾ ਪੈਂਦਾ ਸੀ ਮੈਂ ਬਲੱਡ ਬੈਂਕ ਬਣਵਾਇਆ ਉਸ ਤੋਂ ਬਾਅਦ ਪਹਿਲੀ ਮਹਿਲਾ ਅਧਿਆਪਕ ਸਮਿਤਰੀਬਾਈ ਫੁੱਲੇ ਜੀ ਦੇ ਨਾਮ ਤੇ ਲਾਇਬ੍ਰੇਰੀ ਡੀਸੀ ਸਾਹਿਬ ਤੱਕ ਆ ਚੁੱਕੀ ਹੈ ਜੀ ਡੀਸੀ ਸਾਹਿਬ ਨਾਲ ਮੇਰੀ ਲਗਾਤਾਰ ਗੱਲ ਚੁੱਕੀ ਹੈ ਉਹ ਪੁਲ ਕਰਾਇਆ ਕੰਨੀਆਂ ਹੁਸੈਨੀ ਵਾਲਾ ਪੁਲ ਬਾਬਾ ਲਾਲ ਸਿੰਘ ਜੀ ਦੇ ਨਾਮ ਤੇ ਚੱਲਦਾ ਸੀ ਉੱਥੇ ਸੰਗਤਾਂ ਕਹਿੰਦੀਆਂ ਸੀ ਵੀ ਜਦੋਂ ਵੀ ਅਸੀਂ ਜਾਂਦੇ ਹਾਂ ਜੀ ਤੇ ਅਸੀਂ ਉਹ ਪੁਲ ਦੇ ਵਿੱਚੋਂ ਬੰਦੇ ਰੁੜਦੇ ਆ ਕਿ ਦਰਿਆ ਕਦੇ ਉੱਪਰ ਥੱਲੇ ਆ ਜਾਂਦਾ ਜੀ ਉਹ ਪੁਲ ਬਣਵਾਇਆ ਕੋਠੇ ਰਾਣਾ ਦਾ ਪੁਲ ਬਣਵਾਇਆ ਓਪਨ ਜਿਮ ਬਣਾਉਣ ਲਈ ਬਾਰ-ਬਾਰ ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖੀ ਜਿਹਦਾ ਸਿੱਟਾ ਇਹ ਹੈ ਬੇਸ਼ੱਕ ਸਰਕਾਰ ਨੇ ਉਸ ਟਾਈਮ ਤੱਕ ਕੰਨਾਂ ਤੇ ਜੂ ਨਹੀਂ ਸਰਕੀ ਪਰ ਅਖੀਰ ਭਜਦੇ ਚੋਰ ਦੀ ਲੰਗੋਟੀ ਸਹੀ 40 ਪਿੰਡਾਂ ਨੂੰ ਓਪਨ ਜਿਮ ਦੀ ਗ੍ਰਾਂਟ ਆ ਚੁੱਕੀ ਹੈ ਠੀਕ ਹੈ ਬਾਰ-ਬਾਰ ਪੱਤਰ ਲਿਖੇ ਫਿਰ ਮੇਰੇ ਮਾਣੂਕੇ ਪਿੰਡ ਦੇ ਵਿੱਚ ITI ਸੀ ਉਸ ITI ਦੇ ਵਿੱਚ ਮੈਂ ਕੰਪਿਊਟਰ ਟ੍ਰੇਡ ਚਲਾਇਆ ਤੇ ਉਹਨਾਂ ਨੂੰ 10 ਲੱਖ ਦੀ ਗ੍ਰਾਂਟ ਪਾਈ ਪੂਰੇ ਸਿੱਧਵਾਂ ਬੇਟ ਏਰੀਏ ਦੇ ਲਈ ITI ਪਾਸ ਕਰਵਾਈ ਜਿਹੜੀ ਮੰਤਰੀ ਚੰਨੀ ਜੀ ਨੇ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਆਡੀਓ 'ਚ ਵੀ ਸੁਣੀ ਹੋਣੀ ਆ ਖੁਦ ਬੈਠ ਕੇ ਮੰਨੀ ਇਸ ਤੋਂ ਬਾਅਦ ਸ਼ੇਰਪੁਰ ਕਲਾਈ ਨੂੰ ਬਾਬਾ ਨਾਨਕ ਸਿੰਘ ਜੀ ਦੀ ਬਰਸੀ ਜਦੋਂ ਜਨਮ ਦਿਹਾੜਾ ਆਇਆ ਸੀ 150 ਸਾਲਾਂ 1.5 ਕਰੋੜ ਸੋਢੀਵਾਲ ਵਾਲੇ ਗੁਰਦੁਆਰੇ ਨੂੰ 550 ਸਾਲਾਂ ਤੇ 1.5 ਕਰੋੜ ਅਗਵਾੜ ਲੋਕੋ ਖੁਰਦ ਨੂੰ ਕਰੋੜ ਰੁਪਈਆ ਤੇ ਇਸ ਤਰ੍ਹਾਂ ਦੇ ਬੜੇ ਅਨੇਕਾਂ ਕੰਮ ਫਿਰ ਸਭ ਤੋਂ ਵੱਡੀ ਗੱਲ ਖੁਰਦ ਨੂੰ 1 ਕਰੋੜ ਰੁਪਈਆ 1 ਕਰੋੜ ਰੁਪਈਆ ਗੁਰੂ ਨਾਨਕ ਨਹੀਂ ਉਹ ਮੈਡਮ ਜੀ ਜਿਹੜਾ 1 ਕਰੋੜ ਰੁਪਈਆ ਮਿਲਿਆ ਹੈਗਾ ਉਹ ਜਿਹੜੇ ਬੋਰਡ ਸਾਹਿਬ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਉਹਦੇ ਨਾਂ ਤੇ ਮਿਲਿਆ ਦੇਖੋ ਜੀ ਇਹ ਜਿੱਥੇ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਜੀ ਆਏ ਸੀ ਮਿਲਣਾ ਉਹਨਾਂ ਦੇ ਨਾਲ ਜੀ ਪਰ ਲਾਉਣਾ ਸਰਪੰਚਾਂ ਨੇ ਜਿਵੇਂ ਹੁਣ ਸੋਢੀਵਾਲ ਵਾਲਿਆਂ ਨੇ ਜਿਹੜਾ ਕਰੋੜ ਰੁਪਈਆ ਆਇਆ ਉਹਨਾਂ ਨੇ ਆਪਦੇ ਹਿਸਾਬ ਨਾਲ ਗੁਰਦੁਆਰੇ ਦੀ ਆਲੇ ਦੁਆਲੇ ਦੀ ਸਰਾਊਂਡਿੰਗ ਨੂੰ ਕੀਤਾ ਉਹਦੇ ਚ ਕੈਸ਼ ਨਹੀਂ ਮੇਰੇ ਕੋਲੇ ਆਉਣਾ ਕੈਸ਼ ਇਹਨਾਂ ਦੇ ਸਿੱਧੇ ਖਾਤਿਆਂ 'ਚ ਆਉਣਾ ਉਹਦੇ 'ਚ ਇਹਨਾਂ ਨੇ ਆਪਣੇ ਥੋੜੀ ਜਿਹੀ ਇੱਥੋਂ ਦੇ ਪ੍ਰਸ਼ਾਸਨ ਦੀ ਕਹਿ ਲਓ ਇਹਨਾਂ ਦੇ ਆਪਸ ਗੁੱਟਬੰਦੀ ਦੀ ਕਹਿ ਲਓ ਉਹ ਕਰੋੜ ਰੁਪਈਆ ਅਜੇ ਉਸੇ ਦਾ ਜਿਉਂਦਾ ਤਿਉਂ ਅੜਿਆ ਪਿਆ ਔਰ ਮੇਰਾ ਤਾਂ ਮੈਂ ਤੁਹਾਨੂੰ ਉਹੀ ਦੱਸਦੀ ਹਾਂ ਮੇਰਾ ਕੰਮ ਹੁੰਦਾ ਵਿਧਾਨ ਸਭਾ 'ਚ ਆਵਾਜ਼ ਚੱਕ ਕੇ ਬੋਲਣਾ ਜੇ ਮੈਨੂੰ ਕੋਈ ਨੀਚੇ ਆ ਕੇ ਦੱਸੇਗਾ ਵੀ 1 ਕਰੋੜ ਰੁਪਈਆ ਆ ਗਿਆ ਭੈਣ ਜੀ ਹੁਣ ਆਪਾਂ ਇਹਨੂੰ ਕਨਵਰਟ ਕਰਾਉਣਾ ਜਾਂ ਡਾਇਵਰਟ ਕਰਾਉਣਾ ਮੈਂ ਬੀਇੰਗ MLA ਬਿਯੋਂਡ ਦਾ ਪਾਰਟੀ ਲਾਈਨ ਮੈਂ ਉਹਨਾਂ ਨੂੰ ਨਾਲ ਲੈ ਕੇ ਉੱਪਰ ਜਾਵਾਂਗੀ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਆਮ ਆਦਮੀ ਪਾਰਟੀ ਦੇ MLA ਨੂੰ ਜੇ ਪਤਾ ਲੱਗ ਗਿਆ ਸਾਨੂੰ ਇਹਦੇ ਵਿੱਚੋਂ ਹਿੱਸਾ ਨਹੀਂ ਚਾਹੀਦਾ ਬਟ ਸਾਨੂੰ ਲੋਕਾਂ ਦੀ ਮਦਦ ਚਾਹੀਦੀ ਅਸੀਂ ਲੋਕਾਂ ਦਾ ਪੈਸਾ ਲੋਕਾਂ ਨੂੰ ਪੂਰਾ ਲਗਾਉਣਾ ਚਾਹੁੰਦੇ ਹਾਂ ਉਸ ਤੋਂ ਬਾਅਦ ਹੁਣ ਫਿਰ ਮੈਂ ਗੱਲ ਕਰਦੀ ਹਾਂ ਸਿਵਲ ਹਸਪੀਟਲ ਜਗਰਾਉਂ ਦੇ ਵਿੱਚ ਮੈਡੀਸਨ ਜਿਹੜੀ ਰੋਪੜ ਤੋਂ ਸਾਡੀ ਉੱਥੋਂ ਆਉਂਦੀ ਸੀ ਮੋਹਾਲੀ ਸਾਨੂੰ ਮੈਡੀਸਨ ਬਾਇਓ ਚੈਨਲ ਆਉਂਦੀ ਸੀ ਮੈਂ ਬਲਵੀਰ ਸਿੱਧੂ ਜੀ ਨਾਲ ਬੈਠ ਕੇ ਜਿਹੜੇ ਸਾਡੇ ਇੱਥੇ ਕੈਮਿਸਟ ਆ ਤੁਸੀਂ ਪੁੱਛ ਸਕਦੇ ਹੋ ਪੈਰਾਮੈਡੀਕਲ ਸਟਾਫ ਦੇ ਉਹਨਾਂ ਨਾਲ ਮਿਲ ਕੇ 1.5 ਕਰੋੜ ਦੀ ਮੈਡੀਸਨ ਸਿੱਧੀ ਆਉਣ ਲੱਗੀ ਉਹ ਸਪਲਾਈ ਜਾਰੀ ਕੀਤੀ ਉਸ ਤੋਂ ਬਾਅਦ ਮੈਂ ਤੁਹਾਨੂੰ ਕਹਿੰਦੀ ਹਾਂ ਵਾਰਡ ਨੰਬਰ 12 'ਚ ਇੱਕ ਸਿਰਦਰਦੀ ਸੀ ਪਾਣੀ ਦੀ ਟੈਂਕੀ ਜਿਹੜੀ 30 ਸਾਲ 'ਚ ਬਣੀ ਹੋਈ ਸੀ ਬਾਰ-ਬਾਰ ਢੁੰਦੀ ਸੀ ਬਾਰ-ਬਾਰ ਡੋਲਦੀ ਸੀ ਮੈਂ ਉੱਥੋਂ ਨਿਕਲੀ SDM ਰਾਮ ਸਿੰਘ ਜੀ ਦੀ ਮਦਦ ਦੇ ਨਾਲ ਉਹ ਟੈਂਕੀ ਢਵਾਈ ਚਲੋ ਉੱਥੇ ਪਾਰਕ ਬਣ ਗਈ ਲੋਕਾਂ ਦੀ ਮਦਦ ਨਾਲ ਬਣੀ ਲੋਕਾਂ ਦੇ ਬੈਠਣ ਦੀ ਸਹੂਲਤ 6 ਕਰੋੜ ਦਾ ਚੱਚਾ ਬੱਚਾ ਹਸਪਤਾਲ ਜਗਰਾਉਂ ਲਈ ਵਿਧਾਨ ਸਭਾ ਦੇ ਵਿੱਚ ਸਿੱਧੂ ਸਾਹਿਬ ਨਾਲ ਲੜ ਕੇ ਪਾਸ ਕਰਾ ਕੇ ਦੇ ਜਿਹਦਾ ਨਹੀਂ ਪਤਾ ਰੱਖਦਾ ਮੇਰੀ ਜਗਰਾਉਂ ਦੀ ਦੁੱਖਦੀ ਰਾਹ ਪਿੰਜਰ ਟੂ ਜਗਰਾਉਂ ਰੋਡ ਜਿਹੜੀ ਮੈਨੂੰ ਬਜ਼ੁਰਗ ਕਹਿੰਦੇ ਸੀ ਪੁੱਤੇ ਤਾਂ ਕਦੇ ਬਣੀ ਹੋਈ ਨਹੀਂ ਇਹ ਤਾਂ ਬਣੀ ਨਹੀਂ ਸਕਦੀ ਉਹ ਤੇ ਭਾਵੇਂ ਮੈਨੂੰ ਆਪ ਭੁੱਖ ਹੜਤਾਲ ਤੇ ਬੈਠਣਾ ਪਿਆ ਮੈਂ ਉਸ ਸੜਕ ਨੂੰ ਪਾਸ ਕਰਵਾ ਕੇ ਬਣਵਾ ਕੇ ਸਾਰਿਆ ਆ ਜਿਹੜੀ ਜਗ੍ਹਾ ਤੋਂ ਤੁਸੀਂ ਕੱਚਾ ਮਲਕ ਰੋਡ ਤੋਂ ਨਿਕਲ ਕੇ ਆਏ ਇਹ ਕਦੇ ਕੱਚਾ ਮਲਕ ਰੋਡ ਦਾ ਨਾਮ ਕਿਉਂ ਸੀ ਕਿਉਂਕਿ ਇੱਥੇ ਸੜਕ ਹੀ ਨਹੀਂ ਸੀ ਬਣੀ ਬੇਸ਼ੱਕ ਪਿਛਲੀ ਸਰਕਾਰ ਦੇ ਵਿੱਚ ਗੁਆਂਢੀ ਆਪਣੇ ਨਾਲ ਦੇ ਹਲਕੇ ਦੇ ਵਿੱਚ ਵੱਡੀਆਂ ਪਾਰਕਾਂ ਬਣ ਰਹੀਆਂ ਸੀ ਪਰ ਸਾਡੇ ਤਾਂ ਕਦੇ ਕੁਝ ਹੋਏ ਜਿਹੜੀ ਗੱਲ ਇੱਥੋਂ ਦੇ ਜਿਹੜੇ ਪੁਰਾਣੇ ਇਹਨਾਂ ਦੇ ਕੈਂਡੀਡੇਟ ਖੜੇ ਸੀ ਉਹ ਆਪ ਹੀ ਆਪਣੇ ਵੀਡੀਓ ਦੇ ਰਾਹੀਂ ਬੋਲ ਕੇ ਗਏ ਬਈ ਇਹ ਸਾਡੇ ਵਿਕਾਸ ਪਤਾ ਨਹੀਂ ਕਿਉਂ ਨਹੀਂ ਹੋਇਆ ਜਦ ਦੂਜੇ ਏਰੀਆ 'ਚ ਹੋਇਆ ਮੈਂ ਨਹੀਂ ਕਹਿ ਰਹੀ ਉਹਨਾਂ ਦੇ ਆਪਣੇ ਹੀ ਕੈਂਡੀਡੇਟ ਨੇ ਕਿਹਾ ਉਸ ਤੋਂ ਬਾਅਦ ਜਿਹੜੀ ਇਹ ਗ੍ਰਾਂਟ ਦੀ ਗੱਲ ਕਰਦੇ
ਮੇਰੇ ਕੰਮਾਂ ਦੀ ਗੱਲ ਕਰ, ਮੈਂ ਤਾਂ ਘੱਟੋ ਘੱਟ 30 ਤੋਂ 35 ਪਾਰਕਾਂ ਵੱਧ ਪਾਰਕਾਂ ਬਣਵਾ ਚੁੱਕੀ ਹਾਂ। 39 ਪਿੰਡਾਂ ਦੀ ਗ੍ਰਾਂਟ ਜਿੰਮਾਂ ਦੀ ਮੇਰੇ ਕੋਲੇ ਪਈ ਹੈ। ਕੰਮ ਮੈਨੂੰ ਕਰਨ ਦੇ, ਨੀਂਹ ਪੱਥਰ ਜਿਹੜਾ ਮਰਜ਼ੀ ਰੱਖ ਲੈ, ਮੈਨੂੰ ਨੀਂਹ ਪੱਥਰ ਦਾ ਕੋਈ ਫਰਕ ਨਹੀਂ ਪੈਂਦਾ। ਨਹੀਂ, ਜਿਹੜਾ ਕਰੋੜ ਰੁਪਈਆ ਗ੍ਰਾਂਟ ਆਈ ਸੀ ਮੈਡਮ ਜੀ, ਇਹ ਗਵਾਰ ਲੋਕ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਬੋਰਡ ਸਾਹਿਬ ਹੈਗਾ, ਉਹਦੇ ਜਿਹੜੇ ਪ੍ਰਧਾਨ ਹੈਗੇ ਆ, ਉਹ ਕਹਿ ਰਹੇ ਆ ਵੀ 1 ਰੁਪਈਆ ਗੁਰਦੁਆਰਾ ਸਾਹਿਬ ਦੇ ਲੱਗਿਆ। ਤੁਹਾਨੂੰ ਪਤਾ ਹੀ ਹੋਊਗਾ। ਦੇਖੋ ਜੀ, ਮੇਰੀ ਗੱਲ ਸੁਣੋ, ਫਿਰ ਮੈਂ ਤੁਹਾਨੂੰ ਕਿਹਾ ਜੀ, ਮੇਰਾ ਕੰਮ ਸੀ ਆਵਾਜ਼ ਚੱਕਣੀ ਜੀ, ਆਵਾਜ਼ ਚੱਕ ਕੇ ਪੈਸਾ ਆਉਣਾ। ਜੇ ਉਹ ਪੈਸਾ ਸਿੱਧਾ ਹੋਣੇ, ਜਿੰਮਾਂ ਦਾ ਪੈਸਾ ਵੀ ਮੈਂ ਨਹੀਂ ਭੰਨਣਾ। ਇਹ 17 ਅਗਸਤ ਨੂੰ ਵਿਦ ਪ੍ਰੂਫ ਮੈਂ ਦੇ ਸਕਦੀ ਹਾਂ ਵੀ ਸਰਪੰਚਾਂ ਦੇ ਖਾਤਿਆਂ 'ਚ ਪਹੁੰਚ ਗਿਆ। ਤਾਂ ਟੋਟਲ ਜਿੰਨੇ ਪਿੰਡ ਹੈਗੇ, ਜਿੰਨੇ ਪਿੰਡ 40 ਪਿੰਡ ਸਰਪੰਚਾਂ ਦੇ ਖਾਤੇ 'ਚ ਪਹੁੰਚ ਗਿਆ। ਤੁਹਾਨੂੰ ਥੋੜਾ ਜਿਹਾ ਇਸ ਕਰਕੇ ਵੀ ਹੋਏਗਾ ਵੀ ਮੇਰੇ ਪਿੰਡ ਦਾ ਵੀ ਪਤਾ ਲੱਗੇ, ਠੀਕ ਹੈ। ਇਹਦੇ ਵਿੱਚ ਗਾਲਬ ਕਲਾਂ ਦੀ ਐਸਸੀ ਆਬਾਦੀ ਸਾਈਡ ਪਾਰਕ ਲਈ ਓਪਨ ਜਿਮ ਲਈ 3 ਲੱਖ ਰੁਪਏ, ਠੀਕ ਹੈ। ਤੇ ਇਸ ਕਰਕੇ ਉਹਨਾਂ ਨੇ ਸਰਪੰਚਾਂ ਦੇ 17 ਅਗਸਤ ਨੂੰ ਖਾਤਿਆਂ 'ਚ ਪੈਸਾ ਪਹੁੰਚ ਗਿਆ। ਹੁਣ ਉਹ ਵੇਟ ਕਿਸ ਚੀਜ਼ ਦੀ ਕਰਨਗੇ? ਉਹ ਵੇਟ ਕਰਨਗੇ ਵੀ ਸਾਡੀ ਪਾਰਟੀ ਵਾਲਾ ਕੋਈ ਆ ਕੇ ਸਾਨੂੰ ਚੈੱਕ ਦੇਵੇ, ਫਿਰ ਅਸੀਂ ਕੰਮ ਕਰਾਂਗੇ। ਪਰ ਜੇ ਮੈਂ ਪਿੰਡ ਦੇ ਲੋਕਾਂ ਨੂੰ ਸੁਚੇਤ ਕਰ ਦਿੰਦੀ ਵੀ ਭਾਈ ਆਪਦਾ ਪੈਸਾ ਆਪਦੇ ਹਿਸਾਬ ਨਾਲ ਲਵਾਓ। ਜੇ ਮੇਰੀ ਸਲਾਹ ਲੈਣਗੇ ਤਾਂ ਮੈਂ ਸਲਾਹ ਵੀ ਦੇਵਾਂਗੀ। ਪਰ ਜੇ ਮੈਨੂੰ ਲੱਗਦਾ ਹੁੰਦਾ ਵੀ ਨਹੀਂ ਜੀ, ਲੋਕਾਂ ਨੇ ਉਹਨਾਂ ਨੂੰ ਲੱਗਦਾ ਵੀ ਮੈਡਮ ਨਾ ਬੋਲਣ, ਜਿਸ ਤਰ੍ਹਾਂ ਇੱਥੇ ਜਗਰਾਉਂ ਦੇ ਵਿੱਚ ਮੈਂ ਨਗਰ ਕੌਂਸਲ ਨੂੰ 23 ਕਰੋੜ ਰੁਪਈਆ ਪਾਸ ਕਰਾਤਾ ਸੀਵਰੇਜ ਨੂੰ, ਠੀਕ ਹੈ। ਜਦੋਂ ਤਾਂ ਪੈਸਾ ਆਉਣਾ ਸੀ ਉਦੋਂ ਤਾਂ ਮੈਡਮ ਚੰਗੀ ਸੀ, ਜਿੱਦੇ ਪੈਸਾ ਆ ਗਿਆ ਪਾਸ ਤਾਂ ਤੁਸੀਂ ਕਰਵਾਤਾ ਹੀ, ਪਰ ਪਾਣੀ ਤਾਂ ਖੜਾ ਰਹਿੰਦਾ ਨਾ, ਚੱਪੜ ਬਣ ਜਾਂਦੇ ਫਿਰ ਮੈਂ ਉਹੀ ਕਹਿੰਦੀ, ਜਿੱਦੇ ਪੈਸਾ ਆ ਗਿਆ ਜੀ। ਇਹ ਗ੍ਰਾਂਟ ਆਈ ਜਿਸ ਦਿਨ, ਮੈਂ ਇੱਥੋਂ ਤੁਸੀਂ ਐਸਡੀਐਮ ਤੋਂ ਪਤਾ ਕਰ ਸਕਦੇ ਹੋ, ਸੀਵਰੇਜ ਬੋਰਡ ਤੋਂ ਪਤਾ ਕਰ ਸਕਦੇ ਹੋ। ਉਸ ਟਾਈਮ ਮੈਡਮ ਨੂੰ ਪਤਾ ਵੀ ਨਹੀਂ ਲੱਗਿਆ, ਜਦੋਂ 3 ਮਹੀਨੇ ਬਾਅਦ ਪਾਣੀ ਖੜਿਆ, ਮੈਡਮ ਨੇ ਐਸਡੀਐਮ ਨੂੰ ਕਿਹਾ ਵੀ ਮੀਟਿੰਗ ਬੁਲਾਓ ਮੇਰੀ, ਵੀ ਪੈਸਾ ਕਿੱਥੇ ਗਿਆ ਮੈਨੂੰ ਦੱਸੋ। ਐਸਡੀਐਮ ਸਾਹਿਬ ਕਹਿੰਦੇ ਜੀ ਮੈਂ ਤਾਂ ਮਜਬੂਰ ਹਾਂ, ਇੱਥੇ ਨਰਿੰਦਰ ਸਿੰਘ ਢਾਲੀਵਾਲ ਐਸਡੀਐਮ ਸੀਗੇ, ਤੁਹਾਨੂੰ ਖਬਰਾਂ 'ਚ ਵੀ ਸੁਣਨ ਨੂੰ ਮਿਲਿਆ, ਕਹਿੰਦੇ ਮੇਰੀ ਤਾਂ ਕੋਈ ਅਫਸਰ ਨਹੀਂ ਸੀ। ਹੁਣ ਇੱਕ ਐਮਐਲਏ ਨੇ ਕੰਮ ਕਿਤੇ ਤੱਕ ਕਰਨਾ, ਐਮਐਲਏ ਨੂੰ ਕਿਹਾ ਜਾਂਦਾ ਵੀ ਤੁਸੀਂ ਚੀਫ ਸੈਕਟਰੀ ਤੋਂ ਉੱਪਰ, ਚੀਫ ਸੈਕਟਰੀ ਤੋਂ ਉੱਪਰ ਮਤਲਬ ਡੀਸੀਪੀ ਐਸਡੀਐਮ ਦੀ ਸਾਰੇ ਉੱਤੇ ਹੁੰਦਾ ਹੈ। ਪਰ ਜਿਹੜੀ ਅਫਸਰਸ਼ਾਹੀ ਹੈ ਉਹ ਕੈਪਟਨ ਸਰਕਾਰ ਦੇ ਰਾਜ ਦੇ ਵਿੱਚ ਅਕਾਲੀ ਪਾਰਟੀ 'ਚ ਵੀ ਹੈਗੀ ਹੈ। ਬਾਬੂਸ਼ਾਹੀ ਐਡੀ ਭਾਰੀ ਹੋ ਚੁੱਕੀ ਹੈ ਕਿ ਆਮ ਲੋਕ ਉਹਨਾਂ ਦੇ ਅਗਲੇ ਤੋਂ ਪਰੇ। ਇੱਕ ਮੈਡਮ ਜੋ ਡੰਪ ਹੈਗਾ ਵਾ ਮੇਰ ਝਾਂਸੀਗੰਜ ਚੌਂਕ ਦੇ ਨਾਲ ਕੂੜੇ ਦਾ ਡੰਪ ਲੱਗਿਆ ਹੈਗਾ, ਤੇ ਪੂਰਾ ਮਤਲਬ ਗੰਦਗੀ ਦਾ ਢੇਰ ਜਗਰਾਉਂ ਦੇ ਵਿਚਾਲੇ ਆ। ਉਹ ਕਿਤੇ ਆਵਾਜ਼ ਨਹੀਂ ਦੱਸਿਆ, ਨਹੀਂ ਕਿਤੇ ਉਹਨੂੰ ਕਿਹਾ ਨਹੀਂ ਵੀ ਚੱਕੋ ਇਹ ਤੋਂ ਅਲੱਗ ਜਗ੍ਹਾ ਬਣਾਓ। ਮੇਰੀ ਗੱਲ ਸੁਣੋ, ਭੱਤਰਕਾਲੀ ਮੰਦਰ ਕੂੜੇ ਦਾ ਡੰਪ ਜੀ, ਜਿਹੜਾ ਆਸ-ਪਾਸ ਦੇ ਲੋਕਾਂ ਦੇ ਵਿੱਚ ਬੜੀ ਵੱਡੀ ਬਿਮਾਰੀ ਦਾ ਕਾਰਨ ਬਣਦਾ ਸੀ ਜੀ। ਇੱਥੋਂ ਦੇ ਨੁਮਾਇੰਦਿਆਂ ਨੇ, ਇੱਥੋਂ ਦੇ ਸਮਾਜ ਸੇਵਕਾਂ ਨੇ ਤੇ ਕਈ ਸਮਾਜ ਸੇਵਕਾਂ ਨੇ ਰਲ ਕੇ ਸਮੇਂ-ਸਮੇਂ ਤੇ ਆਵਾਜ਼ ਚੁੱਕੀ, ਤੇ ਈਵਨ ਮੈਂ ਵੀ ਆਪਣੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਆਵਾਜ਼ ਬਰਾਬਰ ਰੱਖੀ। 16 ਦੁਕਾਨਾਂ ਜਿਹੜੀਆਂ ਨਗਰ ਕੌਂਸਲ 58 ਸਾਲਾਂ ਤੋਂ ਕਿਰਾਇਆ ਵੀ ਲੈ ਰਹੀ ਸੀ, ਮੁੜ ਕੇ ਕਿਸੇ ਅਨਨੋਨ ਪਰਸਨ ਦੇ ਨਾਮ ਤੇ ਰਜਿਸਟਰੀ ਵੀ ਨੋਨ ਪਰਸਨ ਦੇ ਨਾਮ ਤੇ, ਇਹਨਾਂ ਦਾ ਕਾਂਗਰਸੀ ਨੁਮਾਇੰਦਾ ਹੀ ਹੈ ਨਾ। ਹੁਣ ਉਹਨਾਂ ਦੀ ਰਜਿਸਟਰੀ ਵੀ ਹੋਈ। ਜਿਹੜੀ ਕੂੜੇ ਦੀ ਗੱਲ ਹੈ, ਈਓ ਜਦੋਂ ਵੀ ਉਹ ਗੱਲ ਕਰ ਰਿਹਾ ਬਈ ਸਾਡੇ ਕੋਲੇ ਗ੍ਰਾਂਟ ਨਹੀਂ, ਮੈਂ ਗ੍ਰਾਂਟ ਦੇ ਸਬੂਤ ਲਿਆ ਤੇ ਬਈ 17, 18, 19, 20 ਦੇ ਵਿੱਚ 63 ਕਰੋੜ ਦੀ ਗ੍ਰਾਂਟ ਆ ਚੁੱਕੀ ਹੈ। ਕੀ ਤੁਸੀਂ ਲੋਕਾਂ ਨੂੰ 63 ਕਰੋੜ ਛੱਡੋ, ਤੁਸੀਂ ਲੋਕਾਂ ਨੂੰ ਇੱਕ ਦਿਨ ਕੂੜੇ ਤੋਂ ਰਾਹਤ ਨਹੀਂ ਦੇ ਸਕਦੇ? ਸਾਡੇ ਕੋਲੇ ਮਸ਼ੀਨਾਂ ਹੈ ਨਹੀਂ, ਤੁਸੀਂ ਉਹਨਾਂ 'ਚ ਮਸ਼ੀਨਾਂ ਖਰੀਦੋ। ਤੇ ਪਿਛਲੀ ਜਿਹੜੀ ਨਗਰ ਕੌਂਸਲ ਹੈ ਉਹ ਇਹਨਾਂ ਦੀ ਆਪਸੀ ਰਾਜਨੀਤੀ ਦੀ ਭੇਟ ਚੜੀ। ਇਸ ਵਾਰ ਨਗਰ ਕੌਂਸਲ ਦੇ ਪ੍ਰਧਾਨ ਤੋਂ ਯੰਗ ਐਨਰਜੈਟਿਕ ਮੁੰਡਾ, ਸਾਨੂੰ ਆਸ ਹੈ ਵੀ ਉਹ ਲੋਕਾਂ ਦੇ ਆਪਣੇ ਕੋਈ ਕੰਮ ਕਰੇ। ਜੀ, ਇੱਕ ਮੈਡਮ ਪਿਛਲੇ ਦਿਨੀ ਇੱਕ ਨਿੱਜੀ ਨਿਊਜ਼ ਚੈਨਲ ਨੇ ਤੁਹਾਡੀ ਖਬਰ ਚਲਾਈ ਸੀ ਵੀ ਕਾਂਗਰਸ ਮੈਡਮ ਸ਼ਾਮਲ ਹੋ ਗਏ। ਇੱਕ ਤੁਹਾਡਾ ਜੋ ਪੋਸਟ ਜੋ ਇੱਕ ਪਾਈ ਹੈਗੀ ਆ, ਤੁਹਾਡਾ ਫੇਸਬੁੱਕ ਅਕਾਊਂਟ ਹੈਂਗ ਕੀਤਾ ਹੈਗਾ, ਉਹ ਕੀ ਪੋਸਟ ਸੀਗੀ ਮੈਡਮ? ਉਹ ਮੈਂ ਤੁਹਾਨੂੰ ਦਿਖਾਣਾ ਚਾਹੁੰਦੀ ਹਾਂ ਪੋਸਟ, ਦੋਨੇ ਚੀਜ਼ਾਂ ਦਿਖਾਉਂਗੀ ਮੈਂ ਫੋਨ ਤੇ ਜੀ। ਉਹ ਮੇਰੀ ਪੋਸਟ ਨੂੰ ਕਿਸੇ ਨੇ ਐਡਿਟ ਕੀਤਾ ਮੈਡਮ, ਉਹ ਮਤਲਬ ਤੁਹਾਡੇ ਵਿਰੋਧੀ ਕਹਿ ਰਹੇ ਆ। ਵਿਰੋਧੀ ਮੇਰੀ ਗੱਲ ਸੁਣੋ, ਮੈਨੂੰ ਕਾਲ ਫੋਨ ਆਇਆ ਮੈਡਮ ਜੀ, ਆ ਦੇਖੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਮਿੰਟ ਆ ਦੇ ਇਹ ਕੀ ਹੈ? ਆ ਚੈਨਲ ਲੈ ਕੇ ਆਓ ਜੀ ਨਾ, ਆ ਦੇਖੋ ਇਹ ਕੀ ਹੈ? ਇਹ ਕੀ ਹੈ? ਗਲਤ ਬਣਾ ਕੇ ਆ ਦੇਖੋ ਕੀ ਹੈ ਜੀ। ਦੂਜੀ ਗੱਲ, ਇਹ ਫੋਟੋ ਕਿਹੜੀ ਹੈ? ਆ ਲਿਆਓ ਜੀ, ਹੁਣ ਇਹਨੂੰ ਵੀ ਦਿਖਾ ਦਿਓ। ਜਿਨ੍ਹਾਂ ਨੇ ਫੋਟੋ ਬਣਾਈ ਸੀ ਉਹਨਾਂ ਨੇ ਸਵਾਦ ਲੈਣ ਲਈ ਤੁਹਾਨੂੰ ਵੀ ਫੋਨ ਕਰਤਾ।
ਜੀ। ਇਹ ਤਾਂ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਨਹੀਂ ਠੀਕ ਹੈ, ਉਹ ਸਮੇਂ ਕਹਿ ਰਹੇ ਆ ਤੇ- ਵੀ ਹੋਰ ਵੀ ਇੱਥੇ ਵਿਧਾਇਕ ਹੈਗੇ ਆ, ਹੋਰ ਵੀ ਕੰਮ ਮਤਲਬ ਰਾਜਨੀਤਿਕ ਆਗੂ ਵੀ ਉਹਨਾਂ ਦਾ ਨਹੀਂ ਹੁੰਦਾ ਹੈਗਾ, ਮੈਡਮ ਨਾਲ ਹੀ ਕਿਉਂ ਹੋ ਰਿਹਾ? ਮੈਡਮ ਨਾਲ ਤਾਂ ਹੋ ਰਹੀ ਹੈ, ਮੈਡਮ ਲੋਕਾਂ ਦੀ ਆਵਾਜ਼ ਆ, ਮੈਡਮ ਕਿਸੇ ਦੇ ਨੈਕਸਸ 'ਚ ਜੁੜੀ ਨਹੀਂ ਜੀ ਮੈਡਮ ਦਾ ਕਿਸੇ ਨਾਲ ਭਾਈਵਾਲਾ ਨਹੀਂ, ਮੈਡਮ ਦਾ ਕਿਸੇ ਦੀ ਚਾਚੇ ਭਤੀਜੇ ਦੀ ਸਾਂਝ ਨਹੀਂ। ਜੀ ਮੈਡਮ ਨਾਲ ਤਾਂ ਹੁੰਦਾ, ਮੈਡਮ ਨਾਲ ਤਾਂ ਹੁੰਦਾ ਕਿਉਂਕਿ ਹਰ ਜਗ੍ਹਾ ਤੇ ਲੋਕਾਂ ਲਈ ਲੜਦੀ ਹੈ। ਮੈਡਮ ਨਾਲ ਤਾਂ ਹੁੰਦਾ ਕਿਉਂਕਿ ਕਾਂਗਰਸ ਵਾਲਿਆਂ ਨੂੰ ਜਿਹੜੇ ਮੇਰੇ ਤੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਾਉਂਦੇ ਆ ਜੀ ਵੀ ਜਾਨਾ ਤੈਸ਼ੀ ਚੈਨਲ ਤਾਂ ਲੁਧਿਆਣੇ ਤੋਂ ਲੱਗੀ, ਮੈਡਮ ਕਾਂਗਰਸ ਸ਼ਾਮਲ ਹੋਣ ਲੱਗੀ ਹੈ। ਜੀ ਜੀ ਠੀਕ ਹੈ, ਇੱਥੋਂ ਖਬਰਾਂ ਲਾ ਦਿੰਦੇ ਮੈਡਮ ਕਾਂਗਰਸ ਸ਼ਾਮਲ ਹੋਣ ਲੱਗੀ ਹੈ। ਇੱਕ ਦਿਨ ਪੰਜਾਬ ਦੇ ਨਾਮੀ ਗ੍ਰਾਮੀ ਅਖਬਾਰ ਨੇ ਮੇਰੀਆਂ 2 ਖਬਰਾਂ ਲਾਈਆਂ ਇੱਕੋ ਦਿਨ। ਜੀ ਇੱਕ ਜਲੰਧਰ ਤੋਂ ਲੱਗੀ ਬਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਉਪ ਨੇਤਾ ਨੇ ਸਾਰੇ ਖੁੱਲਾ ਮਸੱਦਾ ਦਿੱਤਾ ਸਾਰਿਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਹੋਣ। ਜੀ ਜਗਰਾਉਂ ਤੋਂ ਖਬਰ ਲੱਗੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਕਿਸੇ ਟਾਈਮ ਵੀ ਹੋ ਸਕਦੀ ਹੈ ਕਾਂਗਰਸ ਸ਼ਾਮਲ। ਜੀ ਹੁਣ ਵੀ ਪੋਸਟਾਂ ਪੈ ਰਹੀਆਂ ਠੀਕ ਹੈ, ਜੀ ਕਿਸੇ ਟਾਈਮ ਵੀ ਹੋ ਸਕਦੀ ਹੈ ਕਾਂਗਰਸ ਸ਼ਾਮਲ। ਜੀ ਮੈਂ ਪੱਤਰ ਉਹਨਾਂ ਦੇ ਉੱਥੋਂ ਦੇ ਐਡੀਟਰ ਨੂੰ ਫੋਨ ਕੀਤਾ, ਮੈਂ ਕਿਹਾ ਸਲਾਹ ਤਾਂ ਕਰ ਲਿਆ ਕਰੋ ਤੇ ਖਬਰ ਮੈਂ ਸੱਦਾ ਦੇ ਰਹੀ ਹਾਂ ਕਿ ਮੈਂ ਜਾ ਰਹੀ ਹਾਂ। ਜੀ ਫਿਰ ਮੈਂ ਪੱਤਰਕਾਰ ਨੂੰ ਖਬਰ, ਮੈਂ ਕਿਹਾ ਮੇਰੀ ਖਬਰ ਲਾਈ ਬਈ ਤੁਸੀਂ ਸਬੂਤ ਲਿਓ, ਜੀ ਪਹਿਲਾ ਦੂਜਾ ਤੀਜਾ ਚੌਥਾ ਦਰਜਾ ਜੀ ਕਾਂਗਰਸੀ। ਮੈਂ ਕਿਸੇ ਨਾਲ ਗੱਲ ਕੀਤੀ ਹੈ ਪਾਰਟੀ ਸ਼ਾਮਲ ਹੋਣ, ਨਹੀਂ ਮੈਂ ਤੁਹਾਨੂੰ ਸਬੂਤ ਦਿੰਦੀ ਆ ਤੁਹਾਡੇ ਪਹਿਲੇ ਦੂਜੇ ਤੀਜੇ ਚੌਥੇ ਦਰਜੇ ਦੇ ਕਿਹੜੇ ਸਾਡੀ ਪਾਰਟੀ ਸ਼ਾਮਲ ਹੋਣ ਦੀ ਕਾਲੀ। ਨਵੇਂ ਮੈਡਮ ਕਹਿ ਰਹੇ ਆ, ਜੋ ਕਹਿ ਰਹੇ ਮੈਨੂੰ ਟਿਕਟ ਮਿਲਣੀ ਹੈਗੀ ਆ, ਉਹ ਕਹਿੰਦੇ ਮੈਨੂੰ 1 ਮਿੰਟ ਪਹਿਲਾਂ ਵੀ ਟਿਕਟ ਜੇ ਨਾ ਹੁੰਦੀ ਆ ਤਾਂ 2 ਵਾਰੀ ਕਾਂਗਰਸ ਇੱਥੋਂ ਹਾਰ ਚੁੱਕੀ ਆ ਜਗਰਾਉਂ ਹਲਕੇ ਤੋਂ, ਤੇ ਮੈਂ ਜਿੱਤ ਕੇ ਵਿਖਾ ਦਾਂ। ਉਹਨਾਂ ਨੂੰ ਮੈਂ ਸ਼ੁਭਕਾਮਨਾਵਾਂ ਤੇ ਜੀਆ ਆਖਦੀ ਕਿਉਂਕਿ ਬੀਬਾ ਜੀ ਸਾਡੇ ਹਲਕੇ ਚ ਆਏ ਆ, ਬੇਸ਼ੱਕ ਉਹ ਦਿੱਲੀ ਤੋਂ ਹੀ ਆਏ ਆ, ਪਰ ਸਾਡਾ ਜਗਰਾਉਂ ਮੇਰਾ ਐਮਐਲਏ ਹੋਣ ਦੇ ਮੈਂ ਨਾਤੇ ਸਵਾਲ ਕੀਤਾ ਜੀ ਮੈਡਮ ਨਹੀਂ ਮੇਰੀ ਗੱਲ ਜੀ ਮੇਰਾ ਐਮਐਲਏ ਹੋਣ ਦੇ ਨਾਤੇ ਜੀ ਉਹਨਾਂ ਨੂੰ ਵੈਲਕਮ ਕਰਨਾ ਫਰਜ਼ ਹੈ। ਜੀ। ਬਾਕੀ ਰਾਜਨੀਤੀ ਸਾਂਝ ਆ, ਜੀ ਜਿੱਥੇ ਉਹ ਤਰੱਕੀ ਕਰਨ ਉਹ ਤਰੱਕੀ ਕਰਨ, ਜਿੱਥੇ ਅਸੀਂ ਆਪਣਾ ਲੈਵਲ ਤੇ ਲੜਨਾ। ਮੈਂ ਉਹਨਾਂ ਨੂੰ ਸਵਾਲ ਕਰਿਆ ਸੀ ਮੈਡਮ ਜੀ, ਮੈਂ ਕਿਹਾ ਤੁਸੀਂ ਦਿੱਲੀ ਰਹਿੰਦੇ ਹੋ ਵੀ ਅਰਵਿੰਦ ਕੇਜਰੀਵਾਲ ਦਾ ਕਿਵੇਂ ਲੱਗਦਾ ਕੰਮਕਾਰ? ਉਹ ਮੈਨੂੰ ਕਹਿ ਰਹੇ ਆ, ਕਹਿੰਦੇ ਮੈਂ ਰਾਜੀ ਤੁਸੀਂ ਗਲਤ ਇਨਫੋਰਮੇਸ਼ਨ ਆ, ਮੈਂ ਤਾਂ ਜਗਰਾਉਂ 'ਚ ਰਹਿ ਰਹੀ ਹਾਂ। ਚਲੋ ਇਹ ਤਾਂ ਉਹਨਾਂ ਨੂੰ ਜ਼ਿਆਦਾ ਪਤਾ ਜੀ। ਕਿਉਂਕਿ ਅਰਵਿੰਦ ਕੇਜਰੀਵਾਲ ਦੇ ਲਈ ਤਾਰੀਫ ਕਰਨਾ ਹਰ ਕਿਸੇ ਦੇ ਬਸ ਦੀ ਰਹਿੰਦੀ ਹੈ। ਜੀ। ਪਰ ਅਰਵਿੰਦ ਕੇਜਰੀਵਾਲ ਕਿਸੇ ਲੀਡਰਾਂ ਦੀ ਤਾਰੀਫ ਤੇ ਮਤਾਜ ਨਹੀਂ ਹੈ। ਜੀ। ਉਹਨੂੰ ਆਮ ਜਨਤਾ ਦੇਵਤਿਆਂ ਨੂੰ ਪੁੱਛਣ ਲੱਗੀ ਹੈ ਵੀ ਸਾਡਾ ਹਤਾਇਸ਼ੀ ਇਹੀ ਆ, ਤੇ ਪੰਜਾਬ ਦੇ ਲੋਕ ਵੀ ਅੱਜ ਉੱਤੇ ਵਿਸ਼ਵਾਸ ਕਰਨਾ। ਪਰ ਕਾਂਗਰਸੀ ਜੋ ਆਗੂ ਹੈਗੇ ਜੀ, ਚਾਹੇ ਐਮਐਲਏ ਕੋਈ ਵੀ ਹੈਗਾ, ਉਹ ਸਾਰੇ ਹੀ ਕਹਿ ਰਹੇ ਸਾਡੇ ਕੋਲ ਇਸ ਵਾਰ ਨਵਜੋਤ ਸਿੰਘ ਸਿੱਧੂ ਆ ਗਿਆ ਤੇ ਦੁਬਾਰਾ ਫਿਰ ਅਸੀਂ ਕਾਂਗਰਸ ਸਰਕਾਰ ਬਣਾਵਾਂਗੇ। ਤੇ ਕੈਪਟਨ ਸਾਹਿਬ ਤਾਂ ਉਹਨਾਂ ਕੋਲ ਬੈਠੇ ਹੀ ਆ। ਨਹੀਂ ਕੈਪਟਨ ਸਾਹਿਬ ਮੇਰੀ ਗੱਲ ਜੀ 4.5 ਸਾਲ ਤੋਂ ਜੀ ਕੈਪਟਨ ਸਾਹਿਬ ਉਹਨਾਂ ਦਾ ਰਾਖਾ ਸੀ, ਜੀ ਹਤਾਇਸ਼ੀ ਸੀ। ਉਹਨਾਂ ਕੋਲ ਕੈਪਟਨ ਸਾਹਿਬ ਦੀ ਸਰਕਾਰ ਹੈ। ਜੀ ਨਵਜੋਤ ਸਿੰਘ ਸਿੱਧੂ ਆਏ ਆ, ਹੁਣ ਵੀ ਉਹਨਾਂ ਦੀ ਵੀ ਸਰਕਾਰ ਹੈ। 2/3 ਮੈਜੋਰਟੀ ਉਹਨਾਂ ਕੋਲ 62 ਐਮਐਲਏ ਕੋਲ, ਇਨਕਲੂਡਿੰਗ ਮੰਤਰੀ। ਜੀ ਹੁਣ ਕਿਹਨੇ ਰੁਕਿਆ? ਹੁਣ ਕਰ ਲੈਣ ਜਿਹੜਾ ਕੰਮ ਕਰਨਾ। ਜੀ ਜੇ ਆਪਾਂ ਗੱਲ ਕਰੀਏ ਕਾਂਗਰਸ ਦੀ ਜਾਂ ਨਵਜੋਤ ਸਿੰਘ ਸਿੱਧੂ ਦੀ, ਅਸੀਂ ਕਿਸੇ ਪਾਰਟੀ ਨਾਲ ਕੋਈ ਲੜਾਈ ਨਹੀਂ ਸਾਡੀ। ਜੀ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ। ਸਾਡੀ ਲੜਾਈ ਆ ਪੰਜਾਬ ਦੇ ਲੋਕਾਂ ਦਾ ਜਿਹੜਾ ਖੂਨ ਚੋਕ ਮਹਿਕਮਾ ਭ੍ਰਿਸ਼ਟਾਚਾਰ ਦਾ ਇੱਕੋ ਹੀ ਕਾਨਸੈਪਟ ਪੇਗਾ, ਕਿਉਂਕਿ ਉਹਨੇ ਆਪਣੇ ਲਈ ਬੰਗਲੇ ਮਹਿਲ ਨਹੀਂ ਬਣਾਏ। ਠੀਕ ਹੈ, ਨਾ ਮੈਂ ਕਿਸੇ ਅਕਾਲੀ ਨੂੰ ਮਾੜਾ ਕਹਿਣਾ ਤੇ ਨਾ ਮੈਂ ਕਹਿਣਾ ਕਿਸੇ ਕਾਂਗਰਸ ਨੂੰ ਮਾੜਾ। ਮੈਂ ਮਾੜਾ ਉਹਨਾਂ ਨੂੰ ਕਹਿਣਾ ਜਿਹੜੇ ਇਹ ਜੋਕਾਂ, ਜਿਹੜੇ ਸਮਾਜ ਦਾ ਖੂਨ ਚੂਸਣ ਵਾਲੀਆਂ ਲੋਕਾਂ ਦੀਆਂ ਲੱਤਾਂ ਬਾਹਾਂ ਨੂੰ ਚਿੰਬੜੀਆਂ ਹੋਈਆਂ, ਇਹ ਕੱਚ ਕੇ ਲਾਉਣੇ। ਠੀਕ ਹੈ। ਇੱਕ ਮੈਡਮ ਜੀ, ਇਹ ਲਾਕਡਾਊਨ ਦੇ ਵਿੱਚ ਸਾਡੇ ਚੈਨਲ ਨੇ ਖਬਰ ਪਬਲਿਸ਼ ਕੀਤੀ ਸੀਗੀ, ਜਿਹੜਾ ਮਤਲਬ 1100 ਦੇ ਕਰੀਬ ਆਪਾਂ ਗੱਟੇ ਪੜੇ ਸੀਗੇ ਖਾਲੀ ਜੀ। ਤੇ ਪਰ ਉਹ ਕਾਰਵਾਈ ਨਹੀਂ ਹੋ ਪਾਈ ਮੈਡਮ, ਪੂਰੀ ਕਲੀਅਰ ਵੀਡੀਓ ਸੀਗੀ ਉਹ। ਅੰਨਾ ਵੰਡੇ ਸ਼ੀਰਨੀਆਂ ਮੁੜ ਮੁੜ ਆਪਣੇ। ਜੀ ਤੁਸੀਂ ਮੈਨੂੰ ਕਿਹਾ ਸੀ ਵੀ ਜਾਂਚ ਹੋ ਰਹੀ ਆ। ਜਾਂਚ ਦੀ ਹੁਣ ਮੇਰੀ ਗੱਲ ਸੁਣੋ, ਜੀ। ਜਾਂਚ ਕਿਹਨੇ ਕਰਨੀ ਹੈ? ਜੀ ਅਫਸਰਾਂ ਨੇ ਕਿਹਦੀ ਜਾਂਚ ਕਰਨੀ ਹੈ? ਅਫਸਰ ਦੀ। ਉਸੇ ਅਫਸਰ ਨੇ ਜਦੋਂ ਮੈਂ ਰੌਲਾ ਪਾਇਆ ਮੇਰੇ ਤੇ ਉਹਨੇ ਲੀਗਲ ਨੋਟਿਸ ਭੇਜਤਾ ਵੀ ਮੈਡਮ ਮੈਨੂੰ ਕੰਮ ਨਹੀਂ ਕਰਨ ਦੇ ਰਹੀ। ਤੁਸੀਂ ਆਪੇ ਕਿਉਂ ਨਹੀਂ ਕੰਮ ਕਰਨ ਦੇ ਰਹੇ? ਕਿਉਂਕਿ ਤੁਹਾਡੇ ਚੈਨਲ ਨੇ ਮੇਰੀ ਇੱਕ ਨਿਊਜ਼ ਬੜੀ ਵਧੀਆ ਬਣਾਈ ਸੀ ਵੀਡੀਓ, ਆਪ ਦੀ ਨਾਇਕਾ। ਜੀ ਜਦੋਂ ਮੈਂ ਦਫ਼ਤਰ ਪਹੁੰਚੀ ਸੀ, ਇੱਕ ਸਿੰਗਲ ਅਫਸਰ ਨਹੀਂ ਸੀ ਉੱਥੇ ਬੈਠਾ, ਉਸਨੇ ਕਵਰੇਜ ਕੀਤੀ ਸੀ। ਹੁਣ ਜੇ ਮੈਂ ਅਫਸਰਾਂ ਨੂੰ ਕਹਿਣਾ ਵੀ ਤੁਸੀਂ ਟਾਈਮ ਤੇ ਆਓ, ਤੁਸੀਂ ਲੋਕਾਂ ਦਾ ਪੈਸਾ ਲੋਕਾਂ 'ਚ ਵਰਤੋ, ਤੁਸੀਂ ਲੋਕਾਂ ਦੇ ਗੱਟਿਆਂ ਨੂੰ ਇੱਧਰ ਉੱਧਰ ਨਾ ਸਿੱਟੋ। ਇਹਨਾਂ ਨੇ ਜਦੋਂ ਏਐਫਐਸ ਨੇ ਉਸ ਜਾਂਚ ਦਾ ਬਿਆਨ ਦਿੱਤਾ ਸੀ, ਤੁਹਾਨੂੰ ਯਾਦ ਹੋਏਗਾ, ਏਐਫਐਸ ਸਾਹਿਬ ਕਹਿੰਦੇ ਸੀ ਮਜਬੂਰੀ ਆ ਜੀ, 5000 ਗੱਟੇ ਤਾਂ ਸਿੱਧੇ ਕਿਸੇ ਚੈਨਲ 'ਚ ਉਹਨਾਂ ਦਾ ਨੁਮਾਇੰਦਾ ਉਤਾਰ ਗਿਆ। ਜੀ ਹੁਣ ਜੇ ਸਰਬਜੀਤ ਕੌਰ ਮਾਣੂਕੇ ਇਹਨਾਂ ਦੇ ਕਿਸੇ ਸਿਸਟਮ 'ਚ ਫਿੱਟ ਨਹੀਂ ਆ ਰਹੇ ਤਾਂ ਫਿਰ ਇਹ ਰਾਕਟ ਢਾਉਣ ਦੀ ਕੋਸ਼ਿਸ਼ ਕਰਨਗੇ।
ਕਦੇ ਪਰਚਿਆਂ ਰਾਹੀਂ ਤੇ ਕਦੇ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਰਾਹੀਂ। ਇਹ ਕਹਿੰਦੇ ਆ ਨਾ ਵੀ ਮੈਡਮ ਮਾਣੂਕੇ ਨੂੰ ਕੱਲੀ ਨੂੰ ਕਿਉਂ ਘੇਰ ਰਹੇ ਆ, ਉਹ ਤਾਂ ਘੇਰ ਰਹੇ ਆ ਕਿਉਂਕਿ ਗਰੁੱਪ ਨੂੰ ਲੱਗਦਾ ਵੀ ਜਾਂ ਸਾਡੇ ਚ ਰਲ ਕੇ ਤੁਰੇ, ਨਹੀਂ ਕੱਲੀ ਤੁਰਦੀ ਆ ਤਾਂ ਅਸੀਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਰਾਵਾਂਗੇ। ਤੇ 2022 ਦੀਆਂ ਚੋਣਾਂ ਵਿੱਚ ਕੀ ਜਿਹੜੇ ਮਤਲਬ ਮੁੱਦੇ ਹੈਗੇ ਆਪਾਂ ਜਨਤਾ ਵਿੱਚ ਲੈ ਕੇ ਜਾਵਾਂਗੇ, ਜਿਹੜੇ ਕੰਮ ਨਹੀਂ ਹੋ ਪਾਏ ਪਿਛਲੇ 5 ਤੁਹਾਡੇ ਸਾਲਾਂ ਦੇ ਵਿੱਚ, ਜਿਹੜੇ ਅੱਗੇ ਤੁਸੀਂ ਕਰ ਪਾਓਗੇ? ਮੈਂ ਤੁਹਾਨੂੰ ਇੱਕ ਬੇਨਤੀ ਕਰਕੇ ਇੱਕ ਗੱਲ ਪੁੱਛਣਾ ਚਾਹੁੰਦੀ ਜੀ, ਤੁਸੀਂ ਆਪਣੇ ਚੈਨਲ ਤੇ ਜਦੋਂ ਦੱਸ ਦਿਓ ਕਿਹੜੇ ਕਿਹੜੇ ਕੰਮ ਹੋਏ ਆ। ਨਹੀਂ ਸਰਕਾਰ ਮੈਂ ਤੁਹਾਡੇ ਤੁਸੀਂ ਐਮਐਲਏ ਜੀ, ਮੈਂ ਮੇਰੀ ਗੱਲ ਜੀ ਇੱਕ ਮਿੰਟ ਸੁਣੋ। ਸਰਕਾਰ ਦੇ ਵਿੱਚ ਆਪਾਂ ਇਹ ਪੁੱਛਦੇ ਹਾਂ ਕਿਹੜੇ ਕਿਹੜੇ ਕੰਮ ਹੋਏ ਆ। ਨਸ਼ਾ ਚਾਰ ਉਹ ਠੀਕ ਹੈ ਦੀ ਗੱਲ ਮੈਂ ਇਹ ਨਹੀਂ ਕਹਿ ਰਿਹਾ, ਪਰ ਮੈਂ ਜਗਰਾਉਂ ਹਲਕੇ ਦੀ ਗੱਲ ਕਰਦਾ ਪਿਆ ਵੀ ਤੁਸੀਂ ਹਜੇ ਵੀ ਐਮਐਲਏ ਹੈਗੇ ਆ। ਬਿਲਕੁਲ ਠੀਕ ਹੈ ਜੀ। ਹੁਣ ਮੇਰੀ ਗੱਲ ਮੈਂ ਤੁਹਾਨੂੰ ਇਹ ਗੱਲ ਕਰਦੀ, ਪੰਜਾਬ ਦੀ ਗੱਲ ਕਰੀਏ, ਵਿਰੋਧੀ ਧਿਰ ਨੇਤਾ ਹੋਣ ਦੇ ਨਾਤੇ ਕਰਦਾ 4 ਹਫ਼ਤਿਆਂ 'ਚ ਨਸ਼ਾ ਖਤਮ ਹੋਣਾ ਸੀ। ਮੇਰੀ ਜਗਰਾਉਂ ਚ ਤਰਾਹ ਠੀਕ ਹੈ। ਕੈਪਟਨ ਸਾਹਿਬ ਗ੍ਰਹਿ ਮੰਤਰਾਲਾ ਸੰਭਾਲ ਕੇ ਬੈਠੇ, ਅਮਨ ਕਾਨੂੰਨ ਦੀ ਹਾਲਤ ਉਹਨਾਂ ਨੇ ਸੰਭਾਲੀ ਹੈ। ਮੇਰੀ ਜਗਰਾਉਂ ਦੇ ਹਰ ਥਾਣੇ ਦੇ ਵਿੱਚ ਮੋਟਰਸਾਈਕਲ ਗਾਇਬ, ਚੇਨਾਂ ਨਿਕਲ ਗਈਆਂ, ਮੋਬਾਈਲ ਗੁੰਮਣ ਦੀਆਂ ਖਬਰਾਂ ਆ ਰਹੀਆਂ, ਚੋਰੀਆਂ ਬਹੁਤ ਜ਼ਿਆਦਾ। ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬੱਤਰ ਹੈ ਕਿਉਂਕਿ ਸਾਡਾ ਰਾਜਾ ਸਾਈ ਮੈਚ ਚੋਂ ਨਿਕਲ ਨਹੀਂ ਰਿਹਾ, ਉਹ ਨਹੀਂ ਨਿਕਲਦਾ, ਲੋਕਾਂ ਨੇ ਕਿੱਥੋਂ। ਫਿਰ ਆਪਾਂ ਗੱਲ ਕਰੀਏ ਘਰ ਘਰ ਨੌਕਰੀ, ਘਰ ਘਰ ਨੌਕਰੀ। ਲੋਕ ਤਾਂ ਇਹ ਸਮਝਦੇ ਬੈਠੇ ਵੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਾਡੀ ਕੋਈ ਗੱਲ ਕਰਦਾ ਹੋਣਾ ਚਾਹੀਦਾ, ਪਰ ਸੱਚਾਈ ਇਹ ਆ ਕੈਪਟਨ ਸਾਹਿਬ ਨੇ ਬਿਲਕੁਲ ਸਹੀ ਕਿਹਾ ਸੀ। ਉਹਨੇ ਕਿਹਾ ਸੀ ਘਰ ਘਰ ਨੌਕਰੀ, ਘਰ ਹੀ ਉਹਦੇ ਐਮਐਲਏ ਤੇ ਮੰਤਰੀਆਂ ਦੇ ਆ। ਉਹਨੇ 3 ਨੌਕਰੀਆਂ ਠੋਕ ਕੇ ਘਰ ਗਰੀਬਾਂ ਨੂੰ ਦੇ ਦਿੱਤੀਆਂ। ਬਿਆਨ ਸਿੰਘ ਦਾ ਪੋਤਾ ਸਭ ਤੋਂ ਵੱਧ ਗਰੀਬ ਸੀ, ਪਾਂਡੇ ਦਾ ਮੁੰਡਾ ਗਰੀਬ ਸੀ, ਬਾਜਵਾ ਦਾ ਭਤੀਜਾ ਉਹ ਪੁੱਤ ਗਰੀਬ ਸੀ। ਫਿਰ ਕਹਿੰਦੇ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਆ। ਠੀਕ ਹੈ, ਉਹ ਵੀ ਸਹੀ ਹੈ। ਬੀਬੀ ਪੱਠਲ ਦਾ 64 ਲੱਖ ਆਉਂਦੇ ਸੀ, ਖਰਚਾ ਮਾਫ ਕੀਤਾ, ਗਰੀਬਾਂ ਦਾ ਹੀ ਕਰਨਾ ਸੀ ਉਹਨਾਂ ਨੇ, ਉਹ ਵੀ ਆਪਣੇ ਅੰਨਾ ਵੰਡੇ ਸ਼ੀਰਨੀਆਂ ਮੁੜ ਮੁੜ ਆਪਣੇ। ਤੇ ਫਿਰ ਇਹਨਾਂ ਨੇ ਕਿਹਾ ਵੀ 5 ਮਰਲੇ ਦੇ ਪੰਜਾਬ, ਪੂਰੇ ਪੰਜਾਬ ਚੋਂ ਇੱਕ ਦਿਖਾ ਦਿਓ ਜਿੱਥੇ ਦਿੱਤਾ ਆਟੇ ਦੇ ਨਾਲ ਚਾਹ। ਮੇਰੀ ਜਗਰਾਉਂ ਤਾਂ ਕਿਸੇ ਨੂੰ ਮਿਲੀ ਨਹੀਂ, ਪੰਜਾਬ 'ਚ ਨਹੀਂ ਮਿਲੀ। ਪੈਨਸ਼ਨ ਦੇਵਾਂਗੇ 2500 ਰੁਪਏ, ਹੁਣ ਕਹਿੰਦੇ 2000 ਰੁਪਇਆ ਕਰਨੀ ਸੀ, 1500 ਰੁਪਇਆ ਕਰਤੀ ਜੁਲਾਈ ਤੋਂ, ਪਰ ਪੈਨਸ਼ਨਾਂ ਰੁਕੀਆਂ ਪਈਆਂ, ਦਿੱਤੀ ਨਹੀਂ ਗਈ। ਐਮਐਲਏ ਕਹਿੰਦੇ ਹੈਗੇ ਜੀ ਬਾਗਾ ਪੁਰਾਣਾ ਤੋਂ, ਉਹ ਕਹਿ ਰਿਹਾ ਵੀ ਸਾਡੇ ਕੋਲ 2 ਮਹੀਨੇ ਦਾ ਟਾਈਮ ਹੈਗਾ ਤੇ ਸਾਡੇ ਨਵਜੋਤ ਸਿੰਘ ਸਿੱਧੂ ਆ ਗਏ ਤਾਂ ਜੀ ਫੱਟੇ ਚੱਕ ਲੈਣੇ। ਦੇਖੋ ਜੀ ਬਹੁਤ ਸਤਿਕਾਰਯੋਗ ਹੈ ਜੀ ਜਿਹਦੀ ਤੁਸੀਂ ਗੱਲ ਕਰਦੇ ਹੋ। ਹੁਣ ਉਹਨਾਂ ਤੋਂ ਹੀ ਪੁੱਛ ਲਓ ਕਿ ਤੁਹਾਡੀ 2 ਮਹੀਨੇ ਵਾਲੀ ਪਹਿਲਾਂ ਵਾਲੀ ਗੱਲ ਤੇ ਵਿਸ਼ਵਾਸ ਕਰਕੇ ਤੇ ਹੋਣ ਵਾਲੀ ਕਿਤੇ ਕਰੀਏ। ਉਹ ਕਹਿੰਦੇ ਸੀ ਆਹ ਤਾਂ ਵਿਰੋਧੀ ਤਾਂ ਬੋਲੀ ਜਾਂਦੇ ਆ, ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਕੰਮ ਹੋ ਗਏ। ਉਹ ਜਦੋਂ ਹੀ ਉਹਨਾਂ ਨੂੰ ਲੱਗਿਆ ਵੀ ਥੋੜੀ ਜਿਹੀ ਗੱਲ ਮਾੜੀ ਹੋ ਰਹੀ ਆ, ਉਹ ਹੋਰ ਬਿਆਨ ਦਿੱਤੇ ਆ। ਉਹ ਆਪਦੇ ਬਿਆਨ ਦੇ ਵਿੱਚ ਇੱਕ ਮਾਫੀ ਮੰਗ ਰਹੇ ਨੇ ਵੀ ਮੈਂ ਪਹਿਲੇ ਬਿਆਨ ਦੇ ਲਈ ਮਾਫੀ ਮੰਗਦਾ, ਹੁਣ ਸਾਨੂੰ ਆਸ ਆ ਤਾਂ ਮੈਂ ਮੰਨ ਜਾਂਦੀ। ਹੁਣ ਤਾਂ ਸਾਰੀ ਕਾਂਗਰਸ ਆਏ ਵਾਸਤੇ ਚੜੀ ਜਾਂਦੀ ਹੈ ਜਿਵੇਂ ਪਤਾ ਨਹੀਂ ਕਿਹੜੇ ਕੋਈ ਐਸਾ ਮਾਰਕਾ ਮਾਰ ਲਿਆ ਬੇਅਦਬੀ ਦਾ ਇਨਸਾਫ ਮਿਲ ਗਿਆ, ਘਰ ਘਰ ਨੌਕਰੀ ਮਿਲ ਗਈ, ਜਾਂ ਨਸ਼ਾ ਮੁਕਤੀ ਹੋ ਗਈ, ਚੀਨੀ ਚਾਹ ਪੱਤੀ ਨਾਲ ਦੇਤੀ, ਜਾਂ 5 ਮਰਲੇ ਦੇ ਪਲਾਟ ਦਿੱਤੇ, ਜਾਂ ਪੈਨਸ਼ਨ ਦੇਤੀ, ਜਾਂ ਐਸੀ ਵਰਗ ਦੇ ਕਰਜ਼ੇ ਮਾਫ ਹੋ ਗਏ, ਜਾਂ ਜੱਟ ਭਾਈਚਾਰੇ ਦੇ ਕਰਜ਼ੇ ਮਾਫ ਹੋ ਗਏ, ਜਾਂ 5 ਰੁਪਏ ਯੂਨਿਟ ਬਿਜਲੀ ਦੇਤੀ, ਜਾਂ ਮਾਫੀਆ ਹੀ ਖਤਮ ਕਰਤਾ। ਸਰਕਾਰ ਇਹਨਾਂ ਦੀ ਹੋਈ ਆ। ਅਜੇ ਮੈਂ ਤੁਸੀਂ ਮੈਨੂੰ ਚੋਣ ਜਾਬਤੇ ਬਾਰੇ ਪੁੱਛਿਆ, ਐਮਐਲਏ ਬਣਦੇ ਅਗਲੇ ਐਮਐਲਏ ਬਾਰੇ ਪੁੱਛਿਆ, ਮੈਂ ਤੁਹਾਨੂੰ ਕਹਿ ਰਹੀ ਹਾਂ ਵੀ ਨਹੀਂ ਜੀ, ਅਜੇ ਸਰਕਾਰ ਸਾਡੀ ਦੀ ਗੱਲ ਤਾਂ ਬਹੁਤ ਹੀ ਦੂਰ ਆ। ਤਾਂ ਪੁਰਾਣੀ ਐਮਐਲਏ ਇੱਦਾਂ ਤਾਂ ਪੁਰਾਣੀ ਐਮਐਲਏ ਕਿਉਂ ਨਹੀਂ ਇਹ ਕਹਿੰਦੇ ਵੀ ਅਜੇ ਤਾਂ ਸਾਡੀ ਸਰਕਾਰ ਹੈ, ਅਸੀਂ ਸਰਕਾਰ ਦੀ ਗਿਣਤੀ ਕਰਨੀ ਜੀ। ਇੱਕ ਮੈਡਮ ਜੋ ਮੈਂ ਕਾਫੀ ਸਵਾਲ ਮੈਡਮ ਨੂੰ ਵੀ ਕਰੇ ਸੀਗੇ, ਕੁਝ ਕਾਂਗਰਸੀ ਹੈਗੇ ਆ, ਮੇਰੀ ਗੱਲਬਾਤ ਹੁੰਦੀ ਹੈ, ਮੈਂ ਕਿਹਾ ਜੀ ਤੁਹਾਡਾ ਇੰਟਰਵਿਊ ਕਰਨਾ ਹੈਗਾ, ਮੈਨੂੰ ਕਹਿੰਦੇ ਤੁਸੀਂ ਕੀ ਹਫ਼ਤਾ ਕਰੋ ਜਾਂ 10 ਦਿਨ ਰੁਕ ਜਾਓ, ਮੈਂ ਵਾਰ-ਵਾਰ ਕਾਲ ਕਰਦਾ ਵਾਂ ਵੀ ਤੁਹਾਨੂੰ ਕੁਝ ਨਵਾਂ ਪੁਆਇੰਟ, ਕੋਈ ਚੀਜ਼ ਦਵਾਂ, ਕੀ ਹੋ ਸਕਦਾ ਮੈਡਮ? ਜਿੱਥੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ, ਚੋਣ ਜਾਬਤਾ ਲੱਗ ਜਾਂਦਾ, ਸਾਰਿਆਂ ਨੇ ਕਹਿਣਾ ਤੇ ਸਾਨੂੰ ਮੌਕਾ ਨਹੀਂ ਮਿਲਿਆ, ਇਸ ਕਰਕੇ ਅਸੀਂ ਕੰਮ ਨਹੀਂ ਕਰ ਪਾਏ। ਨਵਾਂ ਤਾਂ ਇਹੀ ਆ, ਪੁਰਾਣਾ ਕੁਛ ਨਹੀਂ। ਉਹਨਾਂ ਨੇ ਕਹਿਣਾ ਰਾਜ ਜੀ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਵੀ ਕਿਸੇ ਵੀ ਮੈਂ ਕਰਕੇ ਪਹਿਲਾਂ ਇੰਟਰਵਿਊ ਨਹੀਂ ਦੇ ਪਾਏ, ਹੁਣ ਨਵੀਂ ਸਰਕਾਰ ਆ ਜਾਣ ਤੋਂ ਅਸੀਂ ਸਾਰੇ ਕੰਮ ਕਰਾਂਗੇ। ਇੱਕ ਮੈਡਮ ਜੀ ਇਹ ਸੀਗਾ ਵੀ ਅਰਵਿੰਦ ਕੇਜਰੀਵਾਲ ਜੀ ਜੋ ਗਰੰਟੀ ਹੋਣੀ ਸ਼ੁਰੂ ਕੀਤੀ ਹੈਗੀ ਆ ਮੁਫਤ ਬਿਜਲੀ 300 ਯੂਨਿਟ ਮਤਲਬ ਮਹੀਨੇ ਦੇ ਵਿੱਚ, 600 ਯੂਨਿਟ ਹੋ ਗਈ 2 ਮਹੀਨੇ ਜੀ। ਇਹ ਜਿਹੜੇ ਤੁਸੀਂ ਰਜਿਸਟ੍ਰੇਸ਼ਨ ਵਾਸਤੇ ਫਾਰਮ ਭਰਦੇ ਪਏ ਹੋ, ਉਹਦੀ ਕੀ ਜ਼ਰੂਰਤ ਹੈ ਜੀ? ਦੇਖੋ ਜੀ
ਇਹ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੈ ਜੀ ਕਿਉਂਕਿ ਜਦੋਂ ਅੱਜ ਤੱਕ ਜਿਹੜਾ ਵੀ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਹੋਇਆ ਉਹ ਚੋਣ ਮੈਨੀਫੈਸਟੋ ਤੱਕ ਹੀ ਰਹਿ ਗਿਆ, ਉਹ ਚੋਣ ਮੈਨੀਫੈਸਟੋ ਤੱਕ ਹੀ ਰਹਿ ਗਿਆ। ਮੈਂ ਤੁਹਾਨੂੰ ਉਹ ਗਰੰਟੀ ਕਾਰਡ ਦਿਖਾਉਣਾ ਚਾਹੁੰਦੀ ਹਾਂ, ਇਹ ਸਾਡਾ ਗਰੰਟੀ ਕਾਰਡ ਜੀ ਕਿਉਂਕਿ ਅਰਵਿੰਦ ਕੇਜਰੀਵਾਲ ਜਦੋਂ ਵੀ ਗਰੰਟੀ ਕਾਰਡ ਕਰਦੇ ਆ ਉਹ ਆਪਦਾ ਸਿਗਨੇਚਰ ਕਰਦੇ ਆ। ਨਹੀਂ ਮੈਡਮ ਉਹ ਠੀਕ ਆ, ਹਾਂ, ਮੈਂ ਨਹੀਂ it's a ਕਹਿੰਦਾ, it's ਮੈਨੂੰ a ਡਾਊਟ document। ਮੈਨੂੰ ਖੁਦ ਵੀ ਡਾਊਟ ਮੈਂ- ਨਹੀਂ ਹੈਗਾ। ਮੈਂ ਜਨਤਾ ਦੀ ਗੱਲ ਕਰ ਰਹੀ, ਮੈਂ ਮੈਂ ਜਨਤਾ ਬਾਈ ਚਾਂਸ ਜੇ ਕੋਈ ਰਜਿਸਟ੍ਰੇਸ਼ਨ ਨਹੀਂ ਕਰਵਾਉਂਦਾ ਕਿ ਉਹਦੀ ਉਹ ਬਾਅਦ ਚ ਆਮ ਆਦਮੀ ਪਾਰਟੀ ਨੇ ਨਾ ਕਹਿ ਵੀ ਉਹਦਾ ਨਹੀਂ ਫਰੀ ਕਰਨਾ ਸੀ। ਦੇਖੋ ਜੀ ਜੀ ਬਿਜਲੀ ਦੀ ਗਰੰਟੀ ਲੋਕਾਂ ਤੱਕ ਪਹੁੰਚਣੀ ਜ਼ਰੂਰੀ ਹੈ ਤੇ ਪਤਾ ਲੱਗਣਾ ਜ਼ਰੂਰੀ ਹੈ ਵੀ ਆਮ ਆਦਮੀ ਪਾਰਟੀ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਕੰਮ ਕਰ ਰਹੀ ਜੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹਰ ਵਰਗ ਨੂੰ, ਜੀ ਕਿਉਂਕਿ ਟੈਕਸ ਹਰ ਵਰਗ ਦਿੰਦਾ। ਜਦੋਂ ਬਾਬਾ ਸਾਹਿਬ ਅੰਬੇਦਕਰ ਜੀ ਨੇ ਸੰਵਿਧਾਨ ਬਣਾਇਆ ਸੀ ਉਹਨਾਂ ਨੇ ਕਿਹਾ ਸੀ 3 ਵਰਗ ਭਾਰਤ ਦੇ ਵਿੱਚ ਉੱਚੇ, ਇੱਕ ਵਰਗ ਨਹੀਂ। ਤੁਸੀਂ 10 ਸਾਲਾਂ ਦੇ ਵਿੱਚ ਇੱਕ ਵਰਗ ਨੂੰ ਉੱਪਰ ਚੱਕ ਰਹੇ ਹੋ ਤੇ ਮੁੜ ਕੇ ਹੌਲੀ ਹੌਲੀ ਸਮਾਜ ਦੇ ਵਿੱਚ ਇਹ ਬਰਾਬਰਤਾ ਆ ਜਾਏਗੀ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਇੱਕ ਰਾਖਵਾ ਕਰਨ ਦੀ ਲੋੜ ਨਹੀਂ ਪੈਣੀ। ਪਰ ਇਹਨਾਂ ਨੇ ਉਸ ਸੰਵਿਧਾਨ ਨੂੰ ਇੱਕ ਕਾਨੂੰਨੀ ਏਜੰਡਾ ਬਣਾ ਕੇ ਮੈਨੀਫੈਸਟੋ ਦਾ ਲੌਲੀਪੌਪ ਬਣਾ ਲਿਆ। ਇਹਨਾਂ ਨੇ 3 ਵਰਗ ਵੀ ਥੱਲੇ ਖਿੱਚ ਲਏ, ਅਮੀਰੀ ਤਾਂ ਕੀ ਬਣਾਉਣੀ ਸੀ, 3 ਵਰਗ ਵੀ ਥੱਲੇ ਖਿੱਚ ਕੇ ਕਾਰਪੋਰੇਟ ਘਰਾਣੇ ਦੇ ਹੱਥ ਤੋਂ ਕੰਮ 2 ਮਹੀਨੇ ਸਭ ਤੋਂ ਵੱਡੀ ਪੰਜਾਬ ਦੀ ਮੰਗ ਆ ਬਿਜਲੀ ਦਾ ਬਿੱਲ 2 ਮਹੀਨੇ ਦੇ ਵਿੱਚ 600 ਹੈ ਨਾ। ਹੁਣ ਤੁਸੀਂ ਕਹਿੰਦੇ ਵੀ ਘਰ ਘਰ ਦੇਣਾ ਕਿਉਂ ਜ਼ਰੂਰੀ ਹੈ? ਜੀ ਅਸੀਂ ਨਾ ਤਾਂ ਗੁਟਕਾ ਸਾਹਿਬ ਦੀ ਕਸਮ ਕਰਦੇ, ਇਟਸ ਅ ਲੀਗਲ ਡਾਕੂਮੈਂਟ। ਜੇ ਅਸੀਂ ਨਹੀਂ ਕੀਤਾ ਤਾਂ ਸਾਨੂੰ ਚੈਲੰਜ ਕੀਤਾ ਜਾ ਸਕਦਾ, ਠੀਕ ਹੈ। ਇੱਕ ਚੈਲੰਜ ਕੀਤਾ ਜਾ ਨਹੀਂ ਸਕਦਾ। ਮੈਂ ਕਹਿ ਰਿਹਾ ਵੀ ਜੇ ਬਾਈ ਚਾਂਸ ਕੋਈ ਨਹੀਂ ਭਰਦਾ ਹੈਗਾ ਉਹਦਾ ਆਪਾਂ ਫਿਰ ਭਰ ਦਾਂਗੇ, ਅੱਛਾ ਉਹ ਭਰਾਂਗੇ, ਪਰ ਬੈਨੀਫਿਟ ਹਰ ਇੱਕ ਨੂੰ ਦੇਵਾਂਗੇ। ਠੀਕ ਹੈ ਮੈਡਮ। ਤੇ ਕੋਈ ਲਾਸਟ ਵਿੱਚ ਕੋਈ ਮੈਸੇਜ ਜਗਰਾਉਂ ਵਾਸੀਆਂ ਨੂੰ? ਜਗਰਾਉਂ ਵਾਸੀਆਂ ਨੂੰ ਇੱਕੋ ਅਪੀਲ ਕਰਨਾ ਚਾਹੂੰਗੀ ਤੁਹਾਡੇ ਚੈਨਲ ਦੇ ਜ਼ਰੀਏ, ਤੁਹਾਡੇ ਮਨਾਂ ਦੇ ਵਿੱਚ ਪ੍ਰਸ਼ਨ ਹੁੰਦੇ ਹੋਣਗੇ ਵੀ ਐਮਐਲਏ ਦੀ ਗ੍ਰਾਂਟ ਕਿੱਥੇ ਗਈ, ਐਮਐਲਏ ਨੇ ਗ੍ਰਾਂਟ ਨਹੀਂ ਭਰਤੀ। ਪਰ ਸੱਚਾਈ ਇਹ ਆ ਕਿ ਮੈਨੂੰ ਅੱਜ ਤੱਕ ਕਾਂਗਰਸ ਦੇ ਰਾਜ ਦੇ ਵਿੱਚ ਇੱਕ ਸਿੰਗਲ ਰੁਪਈਆ ਗ੍ਰਾਂਟ ਇਹਨਾਂ ਨੇ ਦਿੱਤੀ। ਆ ਵੀ ਜਿਹੜਾ ਮੈਂ ਦੇ ਰਹੀ ਹਾਂ ਇਹ ਸਿੱਧਾ ਜਾਂ ਐਸਡੀਐਮ ਦੇ ਖਾਤੇ 'ਚ, ਵੀਡੀਓ ਦੇ ਖਾਤੇ 'ਚ, ਈਓ ਦੇ ਖਾਤੇ 'ਚ ਜਾਂ ਸਰਪੰਚਾਂ ਦੇ ਖਾਤੇ 'ਚ ਆ ਜਾਂਦਾ। ਇਸ ਭਰਮ ਭੁਲੇਖੇ ਤੋਂ ਬਚ ਕੇ ਆਪਾਂ ਸਰਕਾਰ ਇੱਕ ਵਾਰੀ ਆਪਣੀ ਦੇ ਦਿਓ ਤਾਂ ਕਿ ਆਪਾਂ ਨੂੰ ਕਿਸੇ ਚੀਜ਼ ਤੇ ਤਰਸ ਨਾ ਪਵੇ, ਕਿਸੇ ਦੀ ਮੁਹਤਾਜੀ ਨਾ ਪਵੇ। ਠੀਕ ਹੈ। ਇੱਕ ਮੈਡਮ ਵਿੱਚ ਰਹਿ ਗਿਆ ਵੀ ਇੱਕ ਤਾਂ ਮੈਂ ਤੁਹਾਨੂੰ ਵਧਾਈ ਦਿੰਦਾ ਹੈਗਾ ਜੀ ਇਹ ਵੀ ਜਿਹੜੇ ਲੋਕ ਆ ਜਗਰਾਉਂ ਹਲਕੇ ਦੇ ਵੀ ਜੇ ਕਿਸੇ ਨੂੰ ਫੋਨ ਕਰਦੇ ਆ ਜੀ ਕਾਂਗਰਸੀ ਨੂੰ ਕਰਨ ਜਾਂ ਕੋਈ ਅਕਾਲੀ ਦਲ ਨੂੰ ਕਰਨ, ਹੁਣ ਸਾਰੇ ਤਕਰੀਬਨ ਫੋਨ ਚੱਕਣ ਲੱਗ ਗਏ, ਵੋਟਾਂ ਨੇੜੇ ਆ ਗਈਆਂ ਤੇ ਮੈਡਮ ਜੀ ਪਹਿਲੇ ਦਿਨੋਂ ਹੀ ਫੋਨ ਚੱਕ ਰਹੇ ਜੀ। ਲੋਕਾਂ ਚ ਲੋਕ ਕਹਿ ਰਹੇ ਆ, ਮੈਨੂੰ ਮਤਲਬ ਮੈਂ ਇਹ ਨਹੀਂ ਕਹਿੰਦਾ। ਮੇਰੀ ਗੱਲ ਸੁਣੋ, ਲੋਕਾਂ ਚ ਨਿਕਲੇ ਲੋਕ ਜੀ ਆਪ ਲੋਕਾਂ ਮਤਲਬ ਦੀ- ਚੱਕ ਰਹੇ ਨੇ ਵੀ ਮੈਂ ਕਹਿ ਰਹੇ ਵੀ ਬਹੁਤ ਚੱਕ ਰਹੇ ਨੇ। ਦੇਖੋ ਲੋਕਾਂ ਚੋਂ ਨਿਕਲੀ ਚਰੰਗਾ ਜੀ ਲੋਕਾਂ ਦੇ ਲਈ ਉਤਰੇ ਆ। ਤੁਹਾਨੂੰ ਪਹਿਲੇ ਦਿਨ ਤੋਂ ਚਾਹੀਦੀ ਸੀ ਉਹੀ ਜਿਹੀ ਅੱਜ ਜੀ ਠੀਕ ਹੈ। ਨਾ ਕੋਈ ਆਪਦੀਆਂ ਕੋਠੀਆਂ ਮਹਿਲਾਂ ਦੇ ਸ਼ੌਂਕ ਹੈ, ਨਾ ਕੋਈ ਵੱਡੀਆਂ ਕਾਰਾਂ ਦੇ ਸ਼ੌਂਕ ਹੈ, ਨਾ ਕੋਈ 5 ਸਟਾਰ ਹੋਟਲਸ ਦੇ ਸ਼ੌਂਕ ਪਾਏ ਹੈ। ਜਿੱਥੇ ਗਰੀਬ ਦੀ ਆਵਾਜ਼ ਆ ਉੱਥੇ ਐਮਐਲਏ ਦੀ ਆਵਾਜ਼ ਹੈ। ਜਿੱਥੇ ਲੋੜ ਪਈ ਵਿਧਾਨ ਸਭਾ 'ਚ ਉੱਥੇ ਜਗਰਾਉਂ ਦੇ ਲੋਕਾਂ ਦੀ ਪੰਜਾਬ ਦੀ ਨੁਮਾਇੰਦਗੀ ਕਰਦੀ ਹੈ। ਆ ਪੂਰਾ ਪਲੰਦਾ ਪਿਆ ਜਿਹੜੇ ਲੋਕ ਕਹਿੰਦੇ ਆ ਵਿਧਾਨ ਸਭਾ 'ਚ ਮੇਰੀ ਪ੍ਰੈਜ਼ੈਂਸ ਦਾ ਤੇ ਕੁਐਸਚਨ ਦਾ, ਇਹਦੇ 'ਚ ਐਸੇ ਰਾਜ ਦਫਨ ਆ ਕਿ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਇੰਟਰਵਿਊ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ। ਦੋਨੇ ਪਾਰਟੀਆਂ ਨੇ ਇੱਕ ਪਾਰਟੀ ਦੇ, ਪਰ ਜਿਹੜੀ ਲੋਕ ਮੈਂ ਇੱਕੋ ਗੱਲ ਕਹਿਣੀ ਹੈ, ਕੋਈ ਵੀ ਪੰਚ, ਕੋਈ ਵੀ ਸਰਪੰਚ, ਕੋਈ ਵੀ ਐਮਸੀ, ਐਮਐਲਏ, ਐਮਪੀ, ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਨਤਾ ਤੋਂ ਵੱਡਾ ਨਹੀਂ ਹੋ ਸਕਦਾ। ਜੀ ਜਦੋਂ ਤੱਕ ਜਨਤਾ ਦਾ ਸਿਰ ਤੇ ਹੱਥ ਹੈ ਤੇ ਉਸ ਪ੍ਰਮਾਤਮਾ ਦਾ ਉਲਟਾ ਆਸਰਾ ਤੇ ਪਾਰਟੀ ਦਾ ਸਾਥ ਹੈ, ਕੋਈ ਕਿਸੇ ਨੂੰ ਡੋਬ ਨਹੀਂ ਸਕਦਾ, ਕੋਈ ਕਿਸੇ ਨੂੰ ਹਰਾ ਨਹੀਂ ਸਕਦਾ। ਇਸ ਕਰਕੇ ਮੇਰੀ ਬੇਨਤੀ ਸਾਰਿਆਂ ਨੂੰ ਇਹੀ ਹੈ ਵੀ ਪੜ੍ਹਨ ਤੋਂ ਬਾਅਦ ਆਪਾਂ ਕੋਈ ਰੱਬ ਨਹੀਂ ਬਣ ਜਾਂਦੇ ਤੇ ਨਾ ਰੱਬ ਨਾਲ ਟੱਕਰਾ ਕਰ ਸਕਦੇ। ਜਦ ਤੱਕ ਗਰੀਬ ਦੇ ਸਿਰ ਤੇ ਹੱਥ ਰੱਖਾਂਗੇ ਤਾਂ ਮੇਰੇ ਖਿਆਲ 'ਚ ਰੱਬ ਜੀ ਬਚਾ। ਠੀਕ ਹੈ, ਧੰਨਵਾਦ ਜੀ। ਚਲੋ ਆਪਾਂ ਗੱਲਬਾਤ ਕੀਤੀ ਹਲਕਾ ਜਗਰਾਉਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਨ ਕੇ। ਤੁਸੀਂ ਵੇਖਦੇ ਰਹੋ RG24 ਨਿਊਜ਼ ਚੈਨਲ।